ਮੇਰੇ ਨਾਲ ਇੱਕ ਜਸਟ ਫਾਰਮੈਲਿਟੀ ਹੁੰਦੀ ਸੀ, ਕੋਈ ਖਾਸ ਗੱਲ ਨਹੀਂ ਸੀ ਹੁੰਦੀ। ਇੱਕੋ ਫਾਰਮੈਲਿਟੀ ਸਿਰਫ ਰੁਪਿਆਂ ਲਈ ਕਰਦੀ ਸੀ, ਜਿੰਨੀ ਗੱਲ ਕਰਦੀ ਸੀ ਜੀ। ਬਸ ਖਾ ਕੇ ਰੁਪਏ। ਹੁਣ ਉਹਨੇ ਆਪਦਾ ਕੰਮ ਲੈ ਲਿਆ, ਹੁਣ ਉਹਨੂੰ ਕੀ ਲੋੜ ਹੈ। ਜ਼ਿੰਦਗੀ ਜਿਉਣ ਦੀ ਵੀ ਉਹਨੂੰ ਲੋਕ ਮਜ਼ਾਕ ਕਰ ਰਹੇ ਵੀ ਨਾਲੇ ਦਾ ਲਾਡੀ ਤੇਰਾ ਵਾਹਣ ਵਿਕੂਗਾ ਤੇ ਨਾਲੇ ਉਹ ਤੈਨੂੰ ਲੈ ਕੇ ਨਹੀਂ ਜਾਂਦੀ। ਉਹੀ ਕੰਮ ਹੋ ਗਿਆ ਜੀ। ਸੁਸਾਈਡ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਵੀ ਗੱਲ ਇੱਥੇ ਤੱਕ ਵਧੀ ਸੀ, ਜਦੋਂ ਉਹਦੇ ਫੋਨਾਂ 'ਤੇ ਚੈਟਾਂ ਕੱਢੀਆਂ ਸੀ। ਖੇਤੀ ਜੀ ਕਮਾਈ ਸਾਰੀ ਉਹਦੇ ਲਿਖੇ ਲਾਤੀ ਜੀ। ਮੈਂ ਜਵਾਕ ਘਰੋਂ ਕਮਾ ਲਿਆ ਜੀ ਅਸੀਂ। ਜਦੋਂ ਤੋਂ ਕੁੜੀ ਨੇ ਇੱਥੋਂ ਜਾਣਾ ਉਦੋਂ ਸਾਡਾ ਖਰਚਾ, ਏਅਰਪੋਰਟ ਜਾਣਾ, ਕਿਤੇ ਜਾਣਾ। ਜਦੋਂ ਵਿਆਹ ਵੇਲੇ ਕੈਨੇਡਾ ਤੋਂ ਆਈ ਹੈ ਸਿੱਧੀ ਆਪਦੇ ਘਰੇ ਆਈ ਹੈ, ਕੋਈ ਤੋਂ ਸਮਾਨ ਲੈ ਕੇ ਆਈ ਸੀ। ਅੱਲਾ ਹੀ ਲਾਡੀ ਪੁੱਤ ਸੀ, ਦੋਨਾਂ ਤੋਂ ਲਾਡੀ ਹੀ ਛੱਡਿਆ। ਨਹੀਂ ਤੇ ਤਾਂ ਕੁੜੀਆਂ ਦੀ ਗਲਤੀ ਆ, ਉਹਨਾਂ ਨੂੰ ਕਦਰ ਕਰਨੀ ਚਾਹੀਦੀ ਹੈ ਵੀ ਲੜਕੇ ਵਾਲੇ ਪੈਸੇ ਲਾ ਰਹੇ ਆ, ਵੀ ਮੈਂ ਉਹਨਾਂ ਦੀ ਕਦਰ ਕਰਾਂ। ਜਾ ਕੇ ਇਹ ਕੁਛ ਕਰਦੀਆਂ ਨੇ, ਖੁੱਲ੍ਹ ਮਿਲ ਗਈ ਕੁੜੀਆਂ ਨੂੰ। ਉਹਨੇ ਲਾਡੀ ਨੂੰ ਅੱਜ ਤੱਕ ਸਿੰਗਲ ਚੀਜ਼ ਨਹੀਂ ਭੇਜੀ, ਸਿੰਗਲ ਚੀਜ਼ ਜਿਵੇਂ ਸੌਕਸ ਕਹਿ ਦਿਆਂਗੇ ਉਹ ਵੀ ਨਹੀਂ ਲਾਡੀ ਨੂੰ ਭੇਜਿਆ। ਲਾਡੀ ਮੰਗੀ ਗਿਆ ਕਿ ਮੈਨੂੰ ਫੋਨ ਭੇਜ ਦੇ ਯਾਰ, ਹਨਾ। ਤੇ ਇੱਕ ਵਾਰ ਉਹਨੇ ਕਿਹਾ ਮੈਨੂੰ ਫੋਨ ਭੇਜ ਦੇ, ਇੱਕ ਵਾਰ ਕਹਿੰਦਾ ਡਾਲਰ ਦਿਖਾ ਦੇ, ਫੋਨ 'ਚ ਡਾਲਰ ਦਿਖਾ ਦੇ। ਇਹ ਡਾਲਰ ਦੇਖਣ ਖਾਤਰ ਕਹਿੰਦੀ ਡਾਲਰ ਕਮਾਉਣੇ ਪੈਂਦੇ ਆ, ਕਮਾ ਕੇ ਦੇਖ ਕੇ ਆਂਦੀ। ਇਹ ਕਹਿੰਦਾ ਬੁਲਾ ਲਾ, ਮੈਂ ਫੇਰ ਹੀ ਕਮਾਊਂਗਾ। ਤੁਹਾਡੀ ਨੂੰਹ ਤੁਹਾਡੇ ਨਾਲ ਗੱਲਬਾਤ ਕਰਦੀ ਸੀ ਕਦੇ, ਕਿਉਂਕਿ ਤੁਹਾਡੇ ਪਰਿਵਾਰਕ ਮੈਂਬਰ ਬਣ ਚੁੱਕੇ? ਨਾ ਜੀ, ਸਾਡੇ ਕੀ ਕਹਿਣਾ, ਮਹੀਨੇ 2-3 ਮਹੀਨਿਆਂ ਬਾਅਦ ਕਿਤੇ ਲਾਡੀ ਕਹਿ ਕੇ ਵੀ ਉਹਦੀ ਮੰਮੀ ਕਹਿੰਦੀ ਵੀ ਉਹਨਾਂ ਗੱਲ ਕਰਾਂਗੇ, ਤਾਂ ਮਾੜੀ ਜਿਹੀ ਗੱਲ ਕਰ ਲਈ, ਮਾੜੀ ਜਿਹੀ ਮੁੱਕੀ। ਖਰਚਾ ਵੀਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਕਰਿਆ ਸੀ। ਸਭ ਫਸਟ ਫੀਸ ਭਰੀ, ਅਸੀਂ ਭਰੀ, ਟਿਕਟਾਂ ਕਰਾਈਆਂ, ਦਿੱਲੀ ਏਅਰਪੋਰਟ ਛੱਡ ਕੇ ਆਏ। ਤੇ ਜਦੋਂ ਏਅਰਪੋਰਟ ਵਿਆਹ ਵੇਲੇ ਆਇਆ ਵਾਪਸ, ਉਦੋਂ ਉੱਥੇ ਆਪਦੇ ਪੇਕੀਆਂ ਆਈ ਆ ਉਹਦਾ ਵਿਆਹ ਹੋ ਗਿਆ। ਫਿਰ ਬਾਕੀ 2 ਦਿਨ ਉੱਥੇ ਰਹੀ, ਫਿਰ ਸਾਡੇ ਕੋਲ ਰਹੀ। ਉਦੋਂ ਬਸ ਏਅਰਪੋਰਟ ਫਿਰ ਅਸੀਂ ਛੱਡ ਕੇ ਆਏ। ਹੁਣ ਜਿਹੜਾ ਸੋਨਾ ਪਾਇਆ, ਗੋਲਡ ਪਾਇਆ, ਜਿੰਨਾ ਵੀ ਖਰਚਾ ਕਰਿਆ ਸਾਡਾ ਸਾਰਾ ਟੋਟਲ ਸਾਡਾ। ਲਾਡੀ ਨੂੰ ਇੱਕ ਵੀ ਉਹਨੇ ਡਾਕੂਮੈਂਟ ਨਹੀਂ ਭੇਜਿਆ। ਉੱਥੇ ਥਾਵੇਂ ਉਹਨੇ ਲਿਖਿਆ ਵੀ ਹੋਇਆ ਚੈਟ ਦੇ ਵਿੱਚ, ਇੱਕ ਨਹੀਂ ਘੱਟੋ ਘੱਟ 3-4 ਥਾਵੇਂ ਵੀ ਮੈਂ ਸੁਸਾਈਡ ਕਰ ਲੂੰਗਾ, ਵੀ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਇਸ ਟਾਈਮ ਅਸੀਂ ਬਰਨਾਲਾ ਜ਼ਿਲ੍ਹਾ ਦੇ ਪਿੰਡ ਧਨੌਲਾ 'ਚ ਮੌਜੂਦ ਹਾਂ। ਧਨੌਲਾ 'ਚ ਇਸ ਕਰਕੇ ਆਏ ਹਾਂ ਕਿ ਇੱਥੋਂ ਦੀਆਂ ਕੁਝ ਸੋਸ਼ਲ ਮੀਡੀਆ 'ਤੇ ਲਗਾਤਾਰ ਤਸਵੀਰਾਂ ਵਾਇਰਲ ਹੋ ਰਹੀਆਂ ਸੀ। ਉਸ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਨੌਜਵਾਨ ਬੱਚਾ ਜਿਸ ਦਾ ਨਾਮ ਲਵਪ੍ਰੀਤ ਸਿੰਘ ਲਾਡੀ ਹੈ, ਉਹ ਸੁਸਾਈਡ ਕਰ ਜਾਂਦਾ ਹੈ। ਸੁਸਾਈਡ ਕਿਉਂ ਕਰਦਾ ਹੈ? ਕਿਉਂਕਿ ਉਸ ਦੀ ਚਾਹਤ ਤੇ ਉਸਦੇ ਪਰਿਵਾਰ ਦੀ ਚਾਹਤ ਸੀ ਕਿ ਸਾਡਾ ਬੱਚਾ ਵਿਦੇਸ਼ ਚਲਾ ਜਾਵੇ। ਵਿਦੇਸ਼ ਜਾਣ ਲਈ ਪਰਿਵਾਰ ਨੇ ਇੱਕ ਆਈਲੈਟਸ ਵਾਲੀ ਕੁੜੀ ਲੱਭੀ, ਉਸ ਨੂੰ ਵਿਦੇਸ਼ ਭੇਜਿਆ। ਉਸ ਤੋਂ ਬਾਅਦ ਵਿਦੇਸ਼ ਤੋਂ ਬਾਅਦ ਫਿਰ ਕੁੜੀ ਵਾਪਸ ਉਹਨਾਂ ਦੇ ਪਿੰਡ ਔਰ ਘਰ ਪਰਿਵਾਰ 'ਚ ਆਉਂਦੀ ਹੈ। ਉਸ ਦਾ ਵਿਆਹ ਵੀ ਕਰ ਦਿੱਤਾ ਜਾਂਦਾ। ਇਸ ਤੋਂ ਬਾਅਦ ਕੈਨੇਡਾ ਕੁੜੀ ਫਿਰ ਚਲੀ ਜਾਂਦੀ ਹੈ। ਪਰ ਪਰਿਵਾਰ ਦੱਸਦਾ ਹੈ ਕਿ ਉਹ ਕੁੜੀ ਪਰਿਵਾਰ ਦੇ ਨਾਲ ਔਰ ਉਸ ਬੱਚੇ ਦੇ ਨਾਲ ਤਾਲਮੇਲ ਛੱਡ ਜਾਂਦੀ ਹੈ, ਜਿਸ ਕਰਕੇ ਲਾਡੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਔਰ ਪਰਿਵਾਰ ਨੂੰ ਵੀ ਗੱਲਬਾਤ ਨਹੀਂ ਦੱਸਦਾ ਔਰ ਆਖਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ। ਸਾਡੇ ਨਾਲ ਪਰਿਵਾਰ ਹੈ, ਗਮਗੀਨ ਮਾਹੌਲ ਹੈ। ਗੱਲਬਾਤ ਕਰਨ ਦਾ ਸਮਾਂ ਤਾਂ ਨਹੀਂ ਸੀ, ਪਰ ਦੇਸ਼ ਦੁਨੀਆ ਨੂੰ ਇਹ ਗੱਲ ਦੱਸਣੀ ਜ਼ਰੂਰ ਚਾਹੀਦੀ ਹੈ ਕਿ ਆਖਰ ਕੀ ਪਰਿਵਾਰ 'ਤੇ ਬੀਤਿਆ, ਆਖਰ ਕਿਉਂ ਲਾਡੀ ਨੂੰ ਸੁਸਾਈਡ ਕਰਨਾ ਪਿਆ, ਆਖਰ ਕਿਉਂ ਉਹ ਲੜਕੀ ਵਿਦੇਸ਼ ਜਾ ਕੇ ਇਸ ਬੱਚੇ ਦੇ ਨਾਲ ਗੱਲਬਾਤ ਕਰਨ ਨੂੰ ਕਿਉਂ ਹਟੀ। ਵੈਸੇ ਬਹੁਤ ਦੁੱਖ ਹੈ, ਅਫਸੋਸ ਹੈ। ਲਾਡੀ ਨੂੰ ਕਿਸੇ ਕੀਮਤ 'ਤੇ ਵਾਪਸ ਤਾਂ ਨਹੀਂ ਮੋੜ ਸਕਦੇ, ਪਰ ਦੁੱਖ ਆਪਾਂ ਸਾਰੇ ਵੰਡਾ ਸਕਦੇ ਹਾਂ ਤੁਹਾਡੇ ਨਾਲ, ਪਰਿਵਾਰ ਨਾਲ। ਸਾਰੇ ਦੇਸ਼ ਦੁਨੀਆ ਦੇ ਲੋਕ ਖੜ੍ਹੇ ਆ। ਆਖਰ ਗੱਲ ਹੋਈ ਕਿਉਂ ਐਡਾ ਵੱਡਾ ਸਟੈਪ ਕਿਉਂ ਚੱਕਣਾ ਪਿਆ ਲਾਡੀ? ਉਹੀ ਗੱਲ ਕਰਨੋਂ ਹਟ ਗਈ ਮੁੰਡੇ ਨਾਲ, ਚੈਟਾਂ ਚੂਟਾਂ ਕਰਕੇ ਤਾਂ ਬਾਅਦ 'ਚ ਪੜੀਆਂ ਨਹੀਂ ਜੀ ਸਾਰੀ ਚੈਟਾਂ, ਬਸ ਆਪ ਹੀ ਅੰਦਰ ਹੀ ਰੱਖੀ ਗਿਆ, ਉਹਨੂੰ ਦੱਸਿਆ ਨਹੀਂ ਉਹਨੇ, ਕੋਈ ਗੱਲ ਨਹੀਂ ਸੀ। ਤੁਹਾਡੀ ਨੂੰਹ ਤੁਹਾਡੇ ਨਾਲ ਗੱਲਬਾਤ ਕਰਦੀ ਸੀ ਕਦੇ, ਕਿਉਂਕਿ ਤੁਹਾਡੇ ਪਰਿਵਾਰਕ ਮੈਂਬਰ ਬਣ ਚੁੱਕੀ ਸੀ? ਨਾ ਜੀ, ਸਾਡੇ ਨਾਲ ਕੀ ਕਹਿਣਾ, ਮਹੀਨੇ 2-3 ਮਹੀਨਿਆਂ ਬਾਅਦ ਕਿਤੇ ਲਾਡੀ ਕਹਿ ਕੇ ਵੀ ਉਹਦੀ ਮੰਮੀ ਕਹਿੰਦੀ ਵੀ ਮੇਰੇ ਨਾਲ ਗੱਲ ਕਰਾ ਦੇ, ਤਾਂ ਮਾੜੀ ਜਿਹੀ ਗੱਲ ਕਰ ਦੇਂਗੇ, ਬਸ ਮਾੜੀ ਜਿਹੀ ਮੋਟੀ ਜਿਹੀ ਬਸ। ਹਾਂ, ਤਾਂ ਲਾਸਟ ਟਾਈਮ ਜਿੱਦਾਂ ਘਟਨਾ ਹੋਈ ਹੈ ਉਹਦੇ ਲਾਡੀ ਨੂੰ ਤੁਹਾਨੂੰ ਕੋਈ ਗੱਲਬਾਤ ਦੱਸੀ ਕਿ ਆਹ ਗੱਲ ਇੱਥੇ ਆ ਕੇ ਖੜ ਗਈ? ਸਾਨੂੰ ਕੋਈ ਗੱਲ ਨਹੀਂ ਸੀ ਜੀ, ਨਾ ਜਮੀਨ ਦੱਸੀ। ਰੋਟੀ ਖਾ ਗਿਆ ਜੀ ਮੇਰੇ ਕੋਲੋਂ, ਅਸੀਂ ਕਿਹਾ ਚੱਲ ਮੋਟਰ 'ਤੇ ਵਗ ਗਿਆ, ਅਸੀਂ ਫੋਨ ਲਾਏ ਗਿਆ, ਫੋਨ ਚੱਕੇ ਨਹੀਂ ਕਿਵੇਂ। ਕਿ ਤੁਹਾਡੇ ਰਸਤੇ ਦੀ ਗੱਲ ਆਖਰ ਜਿਹੜੀ ਸਟਾਰਟ ਕਿੱਥੋਂ ਹੁੰਦੀ ਹੈ, ਕਿੱਥੋਂ ਗੱਲਬਾਤ ਚੱਲਦੀ ਹੈ? ਕਿੱਦਾਂ ਤੁਸੀਂ ਸੋਚਿਆ ਕਿ ਲਾਡੀ ਨੂੰ ਵਿਦੇਸ਼ ਭੇਜਣਾ, ਜਾਂ ਫਿਰ ਲਾਡੀ ਦੀ ਚਾਹਤ ਸੀ ਜਾਣਾ? ਮੰਗ ਵਾਲੀ ਜੀ ਮੇਰੀ ਭੈਣ ਵਹੀ ਹੈ, ਉਹਨਾਂ ਦੇ ਸਾਡਾ ਪ੍ਰਾਹੁਣਾ ਦੀ ਮਾਮੇ ਦੀ ਪੋਤੀ ਹੈ ਇਹ, ਉਹਨਾਂ ਨੇ ਉਹ ਕਰਾਇਆ ਜੀ ਵੀ ਲਾਡੀ ਨੂੰ ਸਾਕ ਕਰਾਉਣਾ ਹੈਗਾ। ਮੇਰੇ ਮਾਸੜ ਜੀ ਨੇ, ਮਾਸੀ ਨੇ, ਸਾਰਿਆਂ ਨੇ ਕਹਿੰਦੇ ਵੀ ਆਪਾਂ ਲਾਡੀ ਨੂੰ ਸਾਕ ਕਰਾਉਣਾ ਜੀ। ਹਾਂ, ਬਸ ਉਹਨਾਂ ਨੇ ਸਾਕ ਕਰਾਤਾ, ਰੋਕ ਕਰਕੇ ਤੋਰੀ ਹੈ ਜਿਸ ਤੋਂ ਅਸੀਂ ਪੈਸੇ ਲਾਏ ਸਾਰੇ ਰੋਕ 'ਤੇ ਵੀ, ਸਾਰ ਟਿਕਟਾਂ ਨੂੰ ਸਭ ਅਸੀਂ ਲਾ ਕੇ ਤੋਰੀ ਤੀ। ਸਾਲ ਬਾਅਦ ਫਿਰ ਬੁਲਾ ਲਈ ਵਾਪਸ ਅਸੀਂ, ਫਿਰ ਵਿਆਹ ਕਰਤਾ। ਵਿਆਹ ਕਰਕੇ ਫਿਰ ਬਾਕੀ ਜੀ 10 ਰਹਿ ਗਏ ਸਾਡੇ ਘਰ। ਹਾਂ, ਕਿੰਨਾ ਟਾਈਮ ਹੋ ਗਿਆ ਵਿਆਹ ਹੋਏ?
2 ਸਾਲਾਂ ਤੋਂ ਬਸ ਥੋੜਾ ਜਿਹਾ ਘੱਟ ਹੋਈ, ਬਸ 2 ਸਾਲਾਂ ਮੰਗੂ, ਪੌਣੇ 2 ਸਾਲ ਮੰਗੂ ਹੋ ਗਿਆ। 2 ਸਾਲ ਦੇ ਵਿੱਚ ਕੇਸ ਅਪਲਾਈ ਕੀਤਾ, ਕੋਈ ਫਾਈਲ ਲਾਈ? ਕਿਉਂਕਿ ਵੈਸੇ ਤਾਂ ਚਲੋ ਲੋਕਡਾਊਨ ਚੱਲਦਾ ਸੀਗਾ। ਨਾ ਜੀ ਕੋਈ ਨਹੀਂ ਲਈ, ਅਸੀਂ ਪਹਿਲਾਂ ਪੁੱਛਦੇ ਰਹੇ, ਕਹਿੰਦੇ ਵੀ ਲੋਕਡਾਊਨ ਚੱਲਦਾ। ਫਿਰ ਉਦੋਂ ਬਾਅਦ ਕਹਿੰਦੇ ਵਰਕ ਪਰਮਿਟ ਤੇ ਹਜੇ ਲੱਗਦੀ ਨਹੀਂ। ਇਹ ਮੁੰਡਾ ਸਾਡਾ ਕਾਗਜ਼ ਪੱਤਰ ਵੀ ਮੰਗਦਾ ਰਿਹਾ ਵੀ ਸਾਨੂੰ ਦੇ ਦਿਓ, ਅਸੀਂ ਇੱਧਰ ਦਿਖਾ ਲੈਣੇ ਵਕੀਲ ਨੂੰ, ਕਿਸੇ ਨੂੰ ਦਿੱਤੇ ਨਹੀਂ ਗਏ ਕਾਗਜ਼ ਨੇ। ਕਈ ਵਾਰੀ ਕਾਗਜ਼ ਮੰਗ ਲੈਣੇ ਜੀ, ਦਿੱਤੇ ਨਹੀਂ ਦਿੰਦਾ ਕਾਗਜ਼ ਦਿੱਤੇ। ਤਾਂ ਤੁਹਾਨੂੰ ਉਸ ਟਾਈਮ ਨਹੀਂ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਕੁਝ ਗਲਤ ਹੋ ਰਿਹਾ? ਸਾਨੂੰ ਤਾਂ ਪਤਾ ਨਹੀਂ, ਅਨਪੜ੍ਹ ਬੰਦੇ ਹੀ ਜਾਂਦਾ। ਇਹ ਮੁੰਡੇ ਜਦ ਉਹ ਕਰਦਾ ਰਿਹਾ, ਮੋਬਾਈਲਾਂ ਚੈਟ ਚੂਟ ਕਰਦਾ ਰਿਹਾ। ਕਿੰਨੇ ਬੱਚੇ ਆ ਤੁਹਾਡੇ? ਲਾਡੀ ਤਾਂ ਬੇਸ਼ੱਕ ਇਸ ਦੁਨੀਆ 'ਚ ਨਹੀਂ ਨਹੀਂ ਹੋਰ ਜੀ। ਹਾਂਜੀ ਇਕੱਲਾ ਹੀ ਲਾਡੀ ਪੁੱਤ ਸੀ। ਹਾਂਜੀ ਦੋਨਾਂ ਤੋਂ ਲਾਡੀ ਛੋਟਾ ਜੀ। ਬਹੁਤ ਦੁੱਖ ਹੈ, ਪਰ ਤੁਸੀਂ ਹੌਸਲਾ ਰੱਖੋ, ਪਰਮਾਤਮਾ ਅੱਗੇ ਜ਼ੋਰ ਤਾਂ ਨਹੀਂ ਚੱਲਦਾ। ਤੁਸੀਂ ਉਹਨਾਂ ਦੇ ਚਾਚਾ ਜੀ ਹੋ? ਹਾਂਜੀ ਮੈਂ ਤਾਂ ਚਾਚਾ ਜੀ। ਪਰਿਵਾਰ ਬਹੁਤ ਸਦਮੇ 'ਚ ਹੁੰਦਾ ਹੀ ਆ ਸੁਭਾਵਿਕ ਤੌਰ 'ਤੇ, ਕਿ ਜਦੋਂ ਜਵਾਨ ਪੁੱਤ ਘਰ 'ਚ ਚਲਾ ਜਾਵੇ, ਵੱਡੀਆਂ ਆਸਾਂ ਉਮੀਦਾਂ ਹੁੰਦੀਆਂ, ਕਿਤੇ ਪਰਿਵਾਰ ਦੀਆਂ ਵੱਡੀਆਂ ਆਸਾਂ ਸੀਗੀਆਂ। ਕਿੰਨਾ ਕੁ ਪੈਸਾ ਲੱਗਿਆ ਹੋਊਗਾ ਬਾਈ ਜੀ? 24 ਤੋਂ 25 ਲੱਖ ਰੁਪਇਆ ਸਾਡਾ ਲੱਗ ਗਿਆ ਵੀਰੇ। ਸਾਨੂੰ ਪੈਸੇ ਨਾਲ ਕੋਈ ਬੜਾ ਮਤਲਬ ਨਹੀਂ ਹੈਗਾ, ਪੈਸੇ ਦਾ ਤਾਂ ਕੋਈ ਚੱਕਰ ਨਹੀਂ। ਸਾਡੇ ਮੁੰਡੇ ਨੂੰ ਲੈ ਜਾਂਦੀ, ਉੱਥੇ ਲਿਆ ਕੇ ਛੱਡ ਦਿੰਦੀ, ਬੇਸ਼ੱਕ ਸਾਡੇ ਮੁੰਡੇ ਨਾਲ ਨਾ ਰਹਿੰਦੀ ਉਹ, ਸਾਨੂੰ ਕੋਈ ਚੱਕਰ ਨਹੀਂ ਸੀ। ਸਾਡਾ ਮੁੰਡਾ ਗਿਆ, ਸਾਨੂੰ ਉਹਦਾ ਦੁੱਖ ਹੈਗਾ। ਪੈਸਾ ਤਾਂ ਚਲੋ ਆਉਂਦਾ ਜਾਂਦਾ ਰਹਿੰਦਾ, ਪੈਸੇ ਦਾ ਕੋਈ ਬੜਾ ਹੋ ਨਹੀਂ ਹੈਗਾ। ਹੁਣ ਕੱਲ ਮੇਰੀ ਰਾਤ ਕੈਨੇਡਾ ਦੇ ਪੱਤਰਕਾਰ ਨਾਲ ਗੱਲ ਹੋਈ ਹੈ, ਉਹਨੂੰ ਵੀ ਮੈਂ ਕਿਹਾ ਸੀ, ਮੈਂ ਜੇ ਲੈ ਜਾਂਦੀ, ਉਹ ਕਹਿੰਦਾ ਉਹਨੇ ਮੈਨੂੰ, ਕੁੜੀ ਨੇ ਉਹਨੂੰ ਕਿਹਾ ਪੱਤਰਕਾਰ ਨੂੰ ਵੀ ਮੈਨੂੰ ਮੁੰਡਾ ਪਸੰਦ ਨਹੀਂ ਸੀ। ਜਦੋਂ ਉਹਨੂੰ ਪਸੰਦ ਨਹੀਂ ਸੀ, 1 ਸਾਲ ਉਹ ਕੈਨੇਡਾ 'ਚ ਰਹੀ ਹੈ, ਦੁਬਾਰੇ ਆ ਕੇ ਵਿਆਹ ਕਰਾ ਕੇ ਗਈ ਹੈ। 700 ਫੀਸਾਂ ਭਰਾਈ, ਕਿਉਂ ਭਰਾਈਆਂ 700 ਫੀਸਾਂ ਉਹਨੇ? ਸਾਨੂੰ ਉਹਦੀ ਕਹਿੰਦੀ ਵੀ ਮੈਨੂੰ ਤਾਂ ਮੁੰਡਾ ਪਸੰਦ ਨਹੀਂ। ਉਹਨੇ ਮਾਪਿਓ, ਉਹ ਆਪਦੇ ਮਾਪਿਓ ਨੂੰ ਘਰੀ ਚੀਜ਼ਾਂ ਭੇਜਦੀ ਸੀ, ਉਹਦੇ ਮਾਪਿਓ ਨੂੰ ਇੱਕ ਦਿਨ ਵੀ ਨਹੀਂ ਰੋਕਿਆ ਵੀ ਭਾਈ ਤੂੰ ਉਹਨਾਂ ਨੂੰ ਕੀ ਭੇਜਦੀ ਹੈ। ਮਾਪਿਓ ਦੀ ਵੀ ਬੇਜਰ ਗਲਤੀ ਹੈ ਇਹ। ਮਾਪਿਓ ਨੇ ਧੀ ਨੂੰ ਸਮਝਾਉਣਾ ਸੀ, ਭਾਈ ਤੇਰੇ ਸਹੁਰਿਆਂ ਦਾ ਇੰਨਾ ਪੈਸਾ ਲੱਗਿਆ, ਤੂੰ ਉਹਨਾਂ ਨੂੰ ਪੈਸੇ ਭੇਜ। ਲਾਡੀ ਨੂੰ ਇੱਕ ਵੀ ਉਹਨੇ ਡਾਕੂਮੈਂਟ ਨਹੀਂ ਭੇਜਿਆ। ਉੱਥੇ ਥਾਵੇਂ ਇੱਕ ਥਾਵੇਂ ਉਹਨੇ ਲਿਖਿਆ ਵੀ ਹੋਇਆ ਚੈਟ ਦੇ ਵਿੱਚ, ਇੱਕ ਨਹੀਂ ਘੱਟੋ ਘੱਟ 3-4 ਥਾਵੇਂ ਵੀ ਮੈਂ ਸੁਸਾਈਡ ਕਰ ਲੂੰਗਾ, ਵੀ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਜ਼ਿੰਦਗੀ ਜਿਉਣ ਦੀ। ਮੈਨੂੰ ਲੋਕ ਮਜ਼ਾਕ ਕਰ ਰਹੇ ਵੀ ਨਾਲੇ ਤਾਂ ਲਾਡੀ ਤੇਰਾ ਵਾਹਣ ਵਿਕੂਗਾ ਤੇ ਨਾਲੇ ਉਹ ਤੈਨੂੰ ਲੈ ਕੇ ਨਹੀਂ ਜਾਂਦੀ। ਉਹੀ ਕੰਮ ਹੋ ਗਿਆ ਜੀ। ਸੁਸਾਈਡ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਵੀ ਗੱਲ ਇੱਥੇ ਤੱਕ ਵਗ ਗਈ ਸੀ, ਜਦੋਂ ਉਹਦੇ ਫੋਨਾਂ ਦੀਆਂ ਚੈਟਾਂ ਕੱਢੀਆਂ ਸੀ। ਤਾਂ ਜਿਹੜਾ ਲੜਕੀ ਪਰਿਵਾਰ ਸੀ, ਲਾਡੀ ਦਾ ਸਹੁਰਾ ਪਰਿਵਾਰ ਸੀ, ਉਹਨਾਂ ਦਾ ਮਿਲਣ ਵਰਤਨ ਕਿਸ ਤਰ੍ਹਾਂ ਸੀ? ਆਉਂਦੇ ਜਾਂਦੇ ਰਹਿੰਦੇ ਸੀ ਕਿਤੇ? ਨਹੀਂ ਐਡਾ ਦੇ ਨਹੀਂ ਜੀ, ਬਸ ਕੋਈ ਫੰਕਸ਼ਨ ਦਾ ਸੰਧਾਰਾ ਸੰਧੂਰਾ ਤਾਂ ਦੇ ਕੇ ਜਾਂਦੇ ਸੀਗੇ। ਜਿੱਦਾਂ ਆਪਾਂ ਕਹਿੰਦੇ ਪੰਜਾਬੀ 'ਚ ਵੀ ਅੱਖਾਂ ਤਾਂ ਠੰਡੀਆਂ ਕਰਕੇ ਰੱਖੀਆਂ ਨੇ। ਅਸਲ ਤਾਂ ਤੁਸੀਂ ਇਹ ਦੇਖੋ ਜੀ, ਜਦੋਂ ਉਹਨਾਂ ਦੇ ਘਰੇ, ਜਦੋਂ ਤਾਂ ਕੁੜੀ ਨੇ ਇੱਥੋਂ ਜਾਣਾ, ਉਹ ਤਾਂ ਸਾਡਾ ਖਰਚਾ, ਏਅਰਪੋਰਟ ਜਾਣਾ, ਕਿਤੇ ਜਾਣਾ। ਜਦੋਂ ਵਿਆਹ ਵੇਲੇ ਕੈਨੇਡਾ ਤੋਂ ਆਈ ਹੈ, ਸਿੱਧੀ ਆਪਦੇ ਘਰੇ ਆਈ ਹੈ, ਕਿਉਂਕਿ ਤੋਂ ਸਮਾਨ ਲੈ ਕੇ ਆਈ ਸੀ। ਉਹਨੇ ਲਾਡੀ ਨੂੰ ਅੱਜ ਤੱਕ ਸਿੰਗਲ ਚੀਜ਼ ਨਹੀਂ ਭੇਜੀ, ਸਿੰਗਲ ਚੀਜ਼, ਜਿਵੇਂ ਸੌਕਸ ਕਹਿੰਦੇ ਆ, ਉਹ ਵੀ ਨਹੀਂ ਲਾਡੀ ਨੂੰ ਭੇਜਿਆ। ਲਾਡੀ ਮੰਗੀ ਗਿਆ ਵੀ ਮੈਨੂੰ ਫੋਨ ਭੇਜ ਦੇ ਯਾਰ, ਹਨਾ। ਤੇ ਇੱਕ ਵਾਰ ਉਹਨੇ ਕਿਹਾ ਮੈਨੂੰ ਫੋਨ ਭੇਜ ਦੇ, ਇੱਕ ਵਾਰ ਕਿਹਾ ਮੈਨੂੰ ਡਾਲਰ ਦਿਖਾ ਦੇ, ਫੋਨ 'ਚ ਡਾਲਰ ਦਿਖਾ ਦੇ। ਕਹਿੰਦੀ ਡਾਲਰ ਦੇਖਣ ਖਾਤਰ, ਕਹਿੰਦੀ ਡਾਲਰ ਕਮਾਉਣੇ ਪੈਂਦੇ ਆ, ਕਮਾ ਕੇ ਦੇਖ ਕੇ ਆਂਦੀ। ਇਹ ਕਹਿੰਦਾ ਬੁਲਾ ਲਾ, ਮੈਂ ਫੇਰ ਹੀ ਕਮਾਊਂਗਾ। ਉਹਨੇ ਇੱਕ ਵਾਰ ਵੀ ਨਹੀਂ ਇਹ ਗੱਲ ਕਹੀ ਵੀ ਮੈਂ ਤੈਨੂੰ ਬੁਲਾਉਂਗੀ। ਮੇਰੀ ਭਤੀਜੀ ਦੀ ਗੱਲ ਹੋਈ ਹੈ ਲਾਡੀ ਦੀ ਡੈਥ ਤੋਂ ਬਾਅਦ, ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦੇ ਆ। ਉਹ 'ਚ ਉਹਨੇ ਇੱਕ ਵਾਰ ਨਹੀਂ, ਮੇਰੀ ਭਤੀਜੀ ਨੇ ਉਹਨੂੰ ਕਿਹਾ ਵੀ ਜੇ ਤੈਨੂੰ ਲਾਡੀ ਨਹੀਂ ਪਸੰਦ ਸੀ ਸਾਨੂੰ ਦੱਸ ਦਿੰਦੀ, ਠੀਕ ਹੈ, ਆਪਾਂ ਬਹਿ ਕੇ ਗੱਲ ਬਸ ਠੁੱਸ ਕਰੀ ਗਈ ਹੈ, ਹੂੰ ਹਾਂ ਹੂੰ। ਮੇਰੀ ਭਤੀਜੀ ਨੂੰ ਐ ਨਹੀਂ ਕਿਹਾ ਵੀ ਇਹ ਤਾਂ ਗੱਲ ਹੀ ਨਹੀਂ ਸੀ ਦੀਦੀ ਵੀ ਮੈਂ ਤਾਂ ਲਾਡੀ ਬੁਲਾਉਣਾ ਸੀ। ਇੱਕ ਵਾਰ ਵੀ ਨਹੀਂ ਕਿਹਾ ਉਹਨੇ, ਕਿਸੇ ਚੈਟ 'ਚ ਨਹੀਂ ਕਿਹਾ ਵੀ ਮੈਂ ਤੈਨੂੰ ਬੁਲਾਉਂਗੀ ਜਾਂ ਮੈਂ ਤੇਰੇ ਪੇਪਰ ਲਾ ਰਹੀ ਹਾਂ। ਬਸ ਹਾਂ ਹੂੰ ਲਾਰੇ ਲਾਈ ਗਈ ਹੈ। ਕਿਹੜੇ ਪਿੰਡ ਤੋਂ ਸੀ ਲੜਕੀ ਇੱਥੋਂ ਪੰਜਾਬ? ਇਹ ਖੁੱਡੀ ਕਲਾਂ ਵੀਰੇ, ਆ ਬਰਨਾਲੇ ਦੇ ਨਾਲ ਹੀ ਹੈ। ਖੁੱਡੀ ਕਲਾਂ ਤੋਂ। ਇਸ ਤੋਂ ਬਾਅਦ, ਘਟਨਾ ਹੋਣ ਤੋਂ ਬਾਅਦ ਪਰਿਵਾਰ ਨੂੰ ਫੋਨ ਫਿਰ ਆਉਂਦਾ ਹੈ ਕੁੜੀ ਦਾ, ਜਾਂ ਪਰਿਵਾਰ ਦਾ ਕੋਈ ਗੱਲਬਾਤ ਕਰਦੇ ਆ ਕਿ ਬਹੁਤ ਮਾੜਾ ਹੋਇਆ, ਅਸੀਂ ਉੱਥੇ ਨਹੀਂ ਪਹੁੰਚਾ ਸਕੇ? ਜੋ ਤੁਹਾਡੀ ਸੋਚ ਸੀ, ਸਾਰਿਆਂ ਦੀ ਸੋਚ ਸੀ, ਜੋ ਪਹਿਲੇ ਦਿਨ ਆਪਾਂ ਚੱਲਿਆ ਸੀ, ਜਿੱਦਾਂ ਸ਼ਗਨ ਵਿਹਾਰ ਹੋਇਆ ਸੀ, ਸਾਰਾ ਕੁਝ ਹੋਇਆ ਸੀ, ਇਸ ਤੋਂ ਬਾਅਦ ਵਿਆਹ ਹੁੰਦਾ ਹੈ, ਵੀ ਉਹ ਸੁਪਨੇ ਆਪਾਂ ਪੂਰੇ ਨਹੀਂ ਕਰ ਸਕੇ। ਇਹ ਪਤਾ ਨਹੀਂ ਸੀ ਕਿ ਕੁਝ ਹੋ ਜਾਣਾ? ਨਹੀਂ ਵੀਰੇ, ਇਹ ਤਾਂ ਕੀ ਪਤਾ ਸੀਗਾ ਵੀ ਸੁਪਨਾ। ਅਸਲ 'ਚ ਸਾਨੂੰ ਜੇ ਲਾਡੀ ਕੁਝ ਦੱਸ ਦਿੰਦਾ ਨਾ, ਅਸਲ 'ਚ ਨਾ ਵੀਰੇ ਸਾਨੂੰ ਉਹਨਾਂ ਨੇ ਸ਼ੁਰੂ ਤੋਂ ਹੀ ਤੰਗ ਕੀਤਾ ਸੀਗਾ। ਪਰ ਸਾਨੂੰ ਐਂ ਦੀ ਵੀ ਕੁੱਲ ਮਿਲਾ ਕੇ ਵੀ ਚੱਲ ਯਾਰ ਵੀ, ਕਿਉਂਕਿ ਇਹ ਸਾਰਾ ਡੱਬਾ ਪੜ੍ਹੇ ਲਿਖਿਆ ਨਹੀਂ ਹੈਗਾ ਨਾ। ਸਾਡੀ ਕੁੜੀ ਬੜੀ ਹੋਈ ਹੈ। ਜਦੋਂ ਅਸੀਂ ਪਹਿਲਾ ਫੰਕਸ਼ਨ, ਜਿੱਦਾਂ ਅਸੀਂ ਸ਼ਗਨ ਕਰਿਆ ਨਾ, ਮਤਲਬ ਕਿ ਜਿੱਦਾਂ ਇੱਕ ਕਮੈਂਟਮੈਂਟ ਹੁੰਦੀ ਹੈ ਯਾਰ ਅਸੀਂ ਵੀ ਇੰਨਾ ਪੈਸਾ ਲਾਉਣਾ ਵੀ ਤੁਸੀਂ ਕਿੰਨੇ ਬੰਦੇ ਆਓਗੇ, ਜਿੰਨੇ ਅਸੀਂ ਉਹਨਾਂ ਨੂੰ ਬੰਦੇ ਕਿਹਾ ਉਦੋਂ ਡਬਲ ਲੈ ਕੇ ਆਏ। ਜਿੱਦਣ ਮੈਰਿਜ ਹੋਈ ਉਸ ਦਿਨ ਵੀ ਉਹਨਾਂ ਨੇ ਸਾਡੇ ਨਾਲ ਸੇਮ ਕੀਤਾ। ਬਲਕਿ ਜਿੱਦਣ ਅਸੀਂ ਲਾਡੀ ਦੀ ਕੋਰਟ ਮੈਰਿਜ ਕਰਾਈ, ਉੱਥੇ 500-700 ਰੁਪਏ ਦਾ ਬਿੱਲ ਤੇ ਸਿਰਫ ਆ ਚਾਹ ਪਾਣੀ ਦਾ, ਉਹ ਵੀ ਨਹੀਂ ਉਹਨਾਂ ਨੇ ਪੇ ਕਰਿਆ, ਉਹ ਵੀ ਉੱਠ ਕੇ ਬਾਗੇ, ਉਹ ਵੀ ਅਸੀਂ ਪੇ ਕੀਤਾ ਹੈਗਾ। ਤੁਸੀਂ ਸੋਚ ਲਓ ਵੀ ਕਿੰਨੀ ਕੁ ਸੋਚ ਹੈ ਉਹਨਾਂ ਦੀ। ਜਿਹੜੀ ਮੈਰਿਜ ਕੀਤੀ ਸੀ ਘਰੇ ਸੀ ਕਿ ਪੈਲਸ? ਨਹੀਂ ਉਹ ਬਰਨਾਲੇ ਕਰੀ ਸੀ ਭਾਜੀ, ਉਹ ਆਸਤਾ ਕਲੋਨੀ 'ਚ, ਉਹ ਰੈਜ਼ੀਡੈਂਟ ਪਲਾਜ਼ਾ ਵਗੈਰਾ ਨਾ ਉਹਦਾ ਮੇਰੇ ਹਾਂ ਰੈਜ਼ੀਡੈਂਟ ਪਲਾਜ਼ਾ ਵਗੈਰਾ ਸਾਰਾ ਪੈਲਸ ਦਾ, ਜਾਂ ਹੋਰ ਜਿੰਨੇ ਗੈਸਟ ਆਏ ਸੀ ਸਾਰਾ ਫਿਰ ਭਾਜੀ A to Z ਸਾਡਾ ਲੱਗਿਆ ਹੋਇਆ ਸਾਰਾ। ਤੁਹਾਡੀ ਇਸ ਗੱਲ ਦੀ ਕਮਿਟਮੈਂਟ ਹੋਈ ਸੀ ਪਹਿਲਾਂ ਕਿ ਸਾਰਾ ਖਰਚਾ ਤੁਹਾਡੇ ਵੱਲੋਂ ਕੀਤਾ ਜਾਊਗਾ? ਕੱਲੀ ਲੜਕੀ ਦਾ ਜਿਹੜਾ ਆਈਲੈਟਸ ਸੀ ਕੀਤਾਗਾ? ਹਾਂਜੀ ਹਾਂ, ਇਹ ਗੱਲ ਹੋਈ ਸੀ। ਉਹ ਕਹਿੰਦੀ ਵੀ ਖਰਚਾ ਭਾਈ ਤੁਸੀਂ ਕਰਨਾ ਸਾਰਾ, ਵਿਆਹ ਬੂਹ ਦਾ ਅਸੀਂ ਕਰਾਂਗੇ, ਕੋਈ ਚੱਕਰ ਨਹੀਂ। ਸਾਡੇ ਅਸੀਂ ਪੱਕੀ ਮੈਰਿਜ ਕਰੀ ਸੀ ਨਾ, ਉੱਥੋਂ ਕਹਿੰਦੀ ਮੇਰੀ ਕੰਟੈਕਟ ਮੈਰਿਜ ਆ। ਜੇ ਕੰਟੈਕਟ ਮੈਰਿਜ ਦੀ ਫਿਰ ਮੁੰਡੇ ਨੂੰ ਲੈ ਕੇ ਵੀ ਤਾਂ ਜਾਣਾ ਸੀ ਨਾ। ਜੇ ਉਹ ਕਹਿੰਦੀ ਆ ਪਰ ਸਾਡੀ ਤਾਂ ਪੱਕੀ ਮੈਰਿਜ ਆ, ਉਰੇ ਰਹਿ ਕੇ ਗਈ ਹੈ ਸਾਡੇ ਘਰੇ 10 ਦਿਨ। ਹੁਣ ਉੱਥੇ ਪੱਤਰਕਾਰਾਂ ਨੂੰ ਕਹਿੰਦੀ ਮੇਰੀ ਤਾਂ ਕੰਟੈਕਟ ਮੈਰਿਜ ਆ ਜੀ। ਜੇ ਤੇਰੀ ਕੰਟੈਕਟ ਮੈਰਿਜ ਅਸੀਂ ਮੰਨ ਲੈਂਦੇ ਇੱਕ ਮਿੰਟ ਲਈ, ਪਰ ਸਾਡਾ ਮੁੰਡਾ ਲੈ ਕੇ ਤਾਂ ਜਾਂਦੀ ਨਾ।
3 ਮਹੀਨੇ ਚ ਇਹ ਤੋਂ ਮੁੰਡਾ, ਇਹਦਾ ਦੋਸਤ ਆ ਗਗਨ, ਉਦੋਂ ਬਾਅਦ 'ਚ ਕਿਤੇ ਵਿਆਹ ਹੋਇਆ ਉਹਦਾ, ਉਹਦੀ ਫਾਈਲ ਵੀ ਬਣ ਗਈ, ਸਾਰਾ ਕੁਝ ਬਣ ਗਿਆ ਉਹਦਾ, ਇਹਨੂੰ ਇੱਕ ਸਿੰਗਲ ਕਾਗਜ਼ ਵੀ ਨਹੀਂ ਭੇਜਿਆ ਉਹਨੇ। ਪਰ ਇਸ ਤੋਂ ਬਾਅਦ ਜਦੋਂ ਮੰਨ ਲਓ ਕੋਈ ਡਾਕੂਮੈਂਟ ਨਹੀਂ ਭੇਜੇ, ਫਾਈਲ ਅਪਲਾਈ ਨਹੀਂ ਕੀਤੀ, ਤਾਲਮੇਲ ਘਟਦਾ ਗਿਆ, ਪਰਿਵਾਰ ਨਾਲ ਬਹੁਤੀ ਗੱਲਬਾਤ ਨਹੀਂ ਕੀਤੀ, ਤੁਸੀਂ ਉਸਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਤੁਹਾਡੇ ਜਿਹੜੇ ਵਿਚੋਲੇ ਆ ਜਾਂ ਤੁਹਾਡੇ ਜਿਹੜੇ ਰਿਸ਼ਤੇਦਾਰ ਆ, ਕਿ ਆਖਰ ਕਿੱਦਾਂ ਇਸ ਤਰ੍ਹਾਂ ਦਾ ਕੋਈ ਡਿੱਕਾ ਨਾ ਬਣ ਜੇ, ਇਸ ਤਰ੍ਹਾਂ ਕੋਈ ਉਲਝਣ ਨਾ ਪੈ ਜੇ? ਦੇਖੋ ਲੱਖਾਂ ਰੁਪਏ ਲਾ ਕੇ ਜੇ ਸਾਡਾ ਬੱਚਾ ਵਿਦੇਸ਼ ਨਹੀਂ ਜਾਂਦਾ, ਜੇ ਸਾਨੂੰ ਇਹੋ ਜਿਹੀਆਂ ਨੌਬਤਾਂ ਦਾ ਸਾਹਮਣਾ ਕਰਨਾ ਪੈਂਦਾ, ਸਾਡੇ ਪਰਿਵਾਰਕ ਮੈਂਬਰ ਚਲੇ ਜਾਂਦੇ ਆ, ਫਿਰ ਇਹੋ ਜਿਹੀ ਕੈਨੇਡਾ ਤੋਂ ਕੀ ਲੈਣਾ? ਇੱਥੇ ਬੈਠ ਕੇ ਇਹਨੂੰ ਨਿਪਟਿਆ ਜਾ ਸਕਦਾ ਸੀ, ਸੁਲਝਾਇਆ ਜਾ ਸਕਦੀ ਸੀ ਮਸਲਾ। ਹਾਂਜੀ, ਜਿਹੜੇ ਸਾਡੇ ਜੀਜਾ ਜੀ ਨੇ ਮੰਗਿਆ ਹਾਲ ਤੋਂ, ਲਾਡੀ ਦੇ ਫੱਫੜ ਜੀ ਨੇ, ਉਹਨਾਂ ਦੀ ਮੰਮੀ ਗਏ ਸੀ ਜੀ ਉੱਥੇ, ਵੀ ਭਾਈ ਤੁਸੀਂ ਦੱਸੋ ਕੀ ਗੱਲ ਹੈ। ਉਹ ਕਹਿੰਦੇ ਅਸੀਂ ਕੁੜੀ ਨੂੰ ਸਮਝਾਵਾਂਗੇ, ਫੋਨ ਕਰਿਆ ਕਰੂਗੀ, ਮਤਲਬ ਕਿ ਗੱਲ ਬਣੀ ਨਹੀਂ ਜੀ, ਬਸ ਸਿੱਧੀ ਜੀ ਗੱਲ ਆ, ਉਹਨੇ ਇਗਨੋਰ ਹੀ ਰੱਖਿਆ ਸਾਨੂੰ, ਕਿਉਂਕਿ ਜਿਹੜੀਆਂ ਗੱਲਾਂ ਲਾਡੀ ਦੀਆਂ ਨੇ, ਹਾਂ ਸਾਨੂੰ ਲਾਡੀ ਨੇ ਨਹੀਂ ਨਾ ਦੱਸਿਆ, ਸਾਨੂੰ ਇਹਦੇ ਵਿੱਚ ਲਾਡੀ ਨਾਲ ਗੱਲ ਹੁੰਦੀ ਹੋਊਗੀ ਵੀ ਅਸੀਂ ਵੀ ਐਂ ਦੇ ਵਿੱਚ ਲੋਕਡਾਊਨ ਲੱਗਦਾ ਨਾ, ਵੀ ਕੋਈ ਪ੍ਰੋਬਲਮ ਹੋਊਗੀ, ਨਹੀਂ ਭੇਜ ਸਕਦੀ ਹੋਣੀ ਪੇਪਰ, ਇਹ ਤਾਂ ਜਦੋਂ ਮਗਰੋਂ ਚੈਟਾਂ ਚੂਟਾਂ ਪੜੀਆਂ ਸਾਨੂੰ ਫੋਨ ਤੇ ਬਾਅਦ ਚ ਪਤਾ ਲੱਗਿਆ ਵੀ ਗੱਲ ਤਾਂ ਆ ਗਈ। ਤੁਹਾਨੂੰ ਨਹੀਂ ਸ਼ੱਕ-ਸ਼ੁਦਾ ਹੋਇਆ ਕਦੇ ਇਸ ਗੱਲ ਤੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਾਲਾਤ ਮਾੜੇ ਨੇ, ਇਸ ਤਰ੍ਹਾਂ ਹੋ ਰਿਹਾ ਸਭ ਕੁਝ, ਕਿੰਨੇ ਨੌਜਵਾਨ ਇੱਥੇ ਸੁਸਾਈਡ ਕਰ ਗਏ, ਕਿੰਨੇ ਕੇਸ ਚੱਲ ਰਿਹਾ, ਕਿੰਨੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਆ, ਕਦੇ ਸਾਡੇ ਨਾਲ ਨਾ ਇਸ ਤਰ੍ਹਾਂ ਹੋ ਜੇ, ਲੱਖਾਂ ਰੁਪਏ ਲਾ ਕੇ ਅਸੀਂ ਕਿਤੇ ਆਪਣਾ ਘਰ ਨਾ ਬਰਬਾਦ ਕਰ ਲਈਏ, ਕਦੇ ਸ਼ੱਕ-ਸ਼ੁਦਾ ਨਹੀਂ ਹੋਇਆ ਸੀ ਤੁਹਾਨੂੰ? ਸਾਨੂੰ ਤਾਂ ਵੀ ਰਿਸ਼ਤੇਦਾਰੀ ਆ ਜੀ ਆਪਣੇ, ਮੇਰੇ ਰਿਸ਼ਤੇਦਾਰ ਮਾਂ ਵਾਲਾ ਵੀ ਇਹ ਕੰਮ ਹੋ ਨਹੀਂ ਸਕਦਾ। ਪਹਿਲਾਂ ਵੀ ਤੁਹਾਡੀ ਰਿਸ਼ਤੇਦਾਰੀ ਰਲਦੀ? ਰਿਸ਼ਤੇਦਾਰੀ ਤਾਂ ਰਲਦੀ ਹੈ ਜੀ, ਮੇਰੇ ਭਣੋਈ ਹੈ ਦੀ ਮਾਮੇ ਦੀ ਪੋਤੀ ਹੈ ਸਕੀ, ਖੁੱਡੀ ਕਲਾਂ ਤੋਂ, ਉਹਦੇ ਬਾਪੇ ਦਾ ਨਾਨਕੇ ਨੂੰ ਘਰ ਹੀ, ਉਸ ਘਰ ਲਾਡੀ ਮੰਗਿਆ ਸੀ, ਰਿਸ਼ਤੇਦਾਰੀ ਕਰਕੇ ਤਾਂ ਸਾਨੂੰ ਤਾਂ ਕੋਈ ਸ਼ੱਕ ਹੀ ਨਹੀਂ ਦੀ ਵੀ ਚੱਲ ਵੀ ਤੁਸੀਂ ਸੈੱਟ ਹੋ ਗਈ ਕੰਮ। ਜਦੋਂ ਇਹ ਲੜਕੀ ਤੁਹਾਡੀ ਨੌਂ ਬਣ ਕੇ ਉੱਥੇ ਕੈਨੇਡਾ ਜਾਂਦੀ ਆ, ਤਾਂ ਉੱਥੇ ਕਿਹਦੇ ਕੋਲ ਠਹਿਰ, ਤੁਹਾਡਾ ਕੋਈ ਰਿਸ਼ਤੇਦਾਰ ਹੁੰਦਾ ਜਾਂ ਆਪਣੇ? ਨਹੀਂ, ਸਾਡਾ ਨਹੀਂ ਵੀ ਹੈਗਾ, ਉਹਨਾਂ ਦੀ ਪਿੰਡ ਚ ਕੁੜੀ ਇਹ ਅਸਲ 'ਚ ਵੀਰੇ ਚੱਕਰ ਪਤਾ ਕੀ ਹੈ, ਅਸੀਂ ਨਾ ਪੈਸੇ ਸਾਡੀ ਭਤੀਜੀ ਤੇ ਲਾਉਣੇ ਤੇ, ਲਾਡੀ ਦੀ ਸਿਸਟਰ ਦੀ, ਅੱਛਾ, ਉਹਦੀ ਆਈਲੈਸ ਕਰਾਈ ਤੇ ਉਹਦੇ ਇੱਕ ਵਾਰ ਬੈਂਡ ਘਟ ਗਿਆ, 1000 ਰੁਪਏ ਦੁਬਾਰੇ ਕਰ ਲਾਂਗੇ ਹਨਾ। ਤੇ ਜਦੋਂ ਇਹ ਕੁੜੀ ਦਾ ਰਿਸ਼ਤਾ ਆ ਗਿਆ, ਅਸੀਂ ਸਾਰਿਆਂ ਨੇ ਸੋਚਿਆ ਵੀ ਰਾਜੂ ਦੇ ਕਈ ਬੈਂਡ ਨਾ ਆਏ ਦੁਬਾਰੇ ਹਨਾ, ਵਿਚਾਰੇ ਕੁੜੀ ਹੈਗੀ ਆ ਵੀ ਰਾਜੂ ਇਹ ਫੇਰ ਵਗ ਜੂਗੀ, ਅਸੀਂ ਇਹ ਤੇ ਪੈਸਾ ਲਾਤਾ, ਨਹੀਂ ਅਸੀਂ ਪੈਸਾ ਆਪਦੀ ਕੁੜੀ ਤੇ ਲਾਉਣ ਦੀ ਸਾਰਾ, ਪਰ ਸਾਨੂੰ ਅਫਸੋਸ ਅੱਜ ਅਸੀਂ ਪੈਸੇ ਆਪਦੀ ਕੁੜੀ ਤੇ ਲਾ ਲੈਂਦੇ ਤਾਂ ਵਧੀਆ ਰਹਿੰਦੇ। ਆਪਣੀ ਗੁੱਡੀ ਆਈਲੈਟਸ ਕਰ ਗਈ ਸੀ? ਕਰ ਗਈ, ਥੋੜੇ ਬੈਂਡ ਘਟ ਗਏ ਸੀ ਉਹਦਾ, ਵੈਸੇ ਜੋ ਦੁਬਾਰੇ ਕਰ ਲੂਗੀ, ਜੋ ਦੁਬਾਰੇ ਕਰਨ ਦੀ ਸਲਾਹ ਕਰਦੀ, ਇੰਨੀ ਰਿਸ਼ਤਾ ਆ ਗਿਆ ਵਿੱਚ। ਤੁਹਾਡੇ ਕੋਲ ਜ਼ਮੀਨ ਜਾਇਦਾਦ ਕਿੰਨੀ ਕਾ? ਬਾਈ ਹੋਣਾ ਨੂੰ, ਲਾਡੀ ਹੋਣਾ ਨੂੰ ਜ਼ਮੀਨ ਕਿੰਨੀ ਆਉਂਦੀ? ਲਾਡੀ ਕੋਲੇ ਮਤਲਬ 6.5 ਹੈਗਾ, 5 ਕਿੱਲੇ, ਹਾਂ 5 ਕਿੱਲੇ ਹੈਗੇ। ਇੰਨੀ ਬਹੁਤ ਘੱਟ ਜ਼ਮੀਨ ਤੇ ਏਡਾ ਵੱਡਾ ਖਰਚਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ, ਪੈਸੇ ਦਾ ਫਿਰ ਅਰੇਂਜਮੈਂਟ ਇੰਨਾ ਕਿਵੇਂ ਕੀਤਾ? ਰਿਸ਼ਤੇਦਾਰਾਂ ਤੋਂ ਫੜੇ ਜੀ, ਰਿਸ਼ਤੇਦਾਰਾਂ ਤੋਂ ਫੜੇ ਹੋਏ ਆ, ਇੱਕ ਜ਼ਮੀਨ ਸਾਡੀ ਗਹਿਣੇ ਕਰੀ ਹੋਈ ਹੈ, ਮੇਰੇ ਸਹੁਰਿਆਂ ਤੋਂ ਫੜੇ ਨੇ ਜੀ, ਸਾਡੇ ਪ੍ਰਾਹੁਣੇ ਦਾ ਬੈਠਾ ਇਹ ਤੋਂ ਫੜੇ ਨੇ। ਅੱਛਾ ਜੀ, ਕਰਜ਼ਾ ਚੱਕ ਕੇ ਫਿਰ ਸਾਰਾ ਕਰਜ਼ੇ ਹੈ ਜੀ ਕਿੱਲਾ ਗਹਿਣੇ ਕਰਿਆ, ਹਜੇ ਵੀ ਗਹਿਣੇ ਪਏ ਕਿੱਲਾ ਸੜਕ ਦੇ ਪਰਲੇ ਪਾਸੇ। ਤੁਸੀਂ ਐਡੇ ਵੱਡੇ ਸੁਪਨੇ ਬੁਣੇ ਕਿ ਉਸ ਬੱਚੀ ਦਾ ਭਵਿੱਖ ਵਧੀਆ ਰਹੇ, ਉਸ ਦੀ ਜ਼ਿੰਦਗੀ ਵਧੀਆ ਸੁਧਰੇ। ਮੁੰਡਾ ਜੇ ਵੀ ਠੀਕ ਵੀ ਕੈਨੇਡਾ ਵਗ ਜੂਗਾ, ਕੈਨੇਡਾ ਵਗ ਜੂ, 2 ਜਣੇ ਕਮਾਉਣਗੇ, ਕਰਜ਼ਾ ਲਾ ਲੈਣਗੇ ਆਪਣਾ। ਹੁਣ ਮੇਰੀ ਭੈਣ ਵੀ ਅਮਰੀਕਾ 'ਚ ਹੈ, ਉਹ ਵੀ ਪੈਸਾ ਕਮਾ ਰਹੀ ਹੈ, ਉਹ ਵੀ ਸਾਰਾ ਕੁਝ ਕਰਦੀ ਹੈ, ਤੇ ਬਥੇਰੇ ਸਹੁਰੀ ਜ਼ਮੀਨ ਬਣਾ ਲਈ ਉਹਨੇ, ਉੱਥੇ ਬਹੁਤ ਕੁਝ ਬਣਾ ਲਿਆ, ਸਾਨੂੰ ਬਹੁਤ ਸਪੋਰਟ ਕਰਦੀ ਹੈ। ਇਹ ਮੇਰੇ ਘਰ ਕੀ ਨਹੀਂ ਦੇਖ ਕੇ ਸਾਰਿਆਂ ਨੇ ਪੈਸੇ ਲਾਇਆ ਵੀ ਯਾਰ ਵੀ ਜਿਵੇਂ ਅਸੀਂ ਵੀ ਜਾਵਾਂਗੇ ਇੱਕ ਦਿਨ ਵੀ ਅਸੀਂ ਸੌਖੇ ਹੋ ਜਾਵਾਂਗੇ, ਕਿਉਂਕਿ ਸਾਡੇ ਘਰ ਦੇ ਵਿੱਚ ਇਹੀ ਇਕੱਲਾ ਹੋਣਾ ਸੀਗਾ, ਅਸੀਂ ਸਾਰੇ ਸੈੱਟ ਆਂਗੇ। ਪ੍ਰਗਟ ਦਾ ਮੇਰੇ ਵੱਡਾ ਭਾਈ ਆ, ਇਹਦਾ ਮੁੰਡਾ ਕੈਨੇਡਾ ਗਾ, ਇਹਦੀ ਕੁੜੀ ਬੈਂਕ ਮੈਨੇਜਰ ਆ, ਠੀਕ ਹੈ, ਮੇਰੀ ਭੈਣ ਅਮਰੀਕਾ, ਅਸੀਂ ਵੀ ਵਗ ਜਾਾਂਗੇ ਸਮੇਂ ਨਾਲ। ਉਧਰੋਂ ਚਲੋ ਤਾਇਆ ਜੀ ਦਾ ਹੈਡ ਮਾਸਟਰ ਨੇ, ਸਾਡੇ ਸਾਰਿਆਂ ਚੋਂ ਊਣਾ ਇਹ ਹੈਗਾ ਜੀ, ਚੱਲ ਸਾਨੂੰ ਬਹੁਤ ਖੁਸ਼ੀ ਸੀ ਵੀ ਇਹਦਾ ਮੁੰਡਾ ਵੀ ਬਾਹਰੇ ਵਗ ਜੂਗਾ। ਤਾਂ ਕਈ ਵਾਰ ਬਾਈ ਜੀ ਇਹ ਹੁੰਦਾ ਕਿ ਜਿਹੜੀਆਂ ਲੜਕੀਆਂ, ਹੋ ਸਕਦਾ ਕਿ ਉਹ ਮਰਦਾਂ ਦੇ ਨਾਲ ਗੱਲਬਾਤ ਸਹੀ ਤਰੀਕੇ ਨਾ ਕਰ ਪਾਉਣ, ਨਾ ਉਹਨਾਂ ਦੀ ਹਿੰਮਤ ਹੋਵੇ। ਲੜਕੀਆਂ ਔਰਤਾਂ ਦੇ ਨਾਲ ਗੱਲਬਾਤ ਤਾਂ ਕਰ ਸਕਦੀਆਂ, ਲਾਡੀ ਦੀ ਮਾਤਾ ਦੇ ਨਾਲ ਇਹ ਲੜਕੀ ਕਦੇ ਗੱਲਬਾਤ, ਸੰਪਰਕ, ਜਾਂ ਲਾਡੀ ਦੀ ਕੋਈ ਸ਼ਿਕਾਇਤ ਕਿ ਲਾਡੀ ਮੈਨੂੰ ਗਲਤ ਬੋਲਦਾ, ਜਾਂ ਮੈਂ ਇਸ ਕਰਕੇ ਇਹਨੂੰ ਨਹੀਂ ਬੁਲਾਉਣਾ, ਜਾਂ ਮੇਰੀਆਂ ਫੀਸੀਆਂ ਨਹੀਂ ਭਰੀਆਂ ਜਾ ਰਹੀਆਂ, ਜਾਂ ਕੁਛ ਇਸ ਤਰ੍ਹਾਂ ਦੀ ਕੋਈ ਗੱਲਬਾਤ ਮਦਰ ਦੇ ਨਾਲ? ਹਾਲਾਂਕਿ ਮਦਰ ਇਸ ਟਾਈਮ ਗੱਲਬਾਤ ਕਰਨ ਦੀ ਸਥਿਤੀ 'ਚ ਨਹੀਂ ਹੈ, ਤੁਸੀਂ ਦੱਸ ਸਕਦੇ ਹੋ। ਨਹੀਂ, ਗੱਲ ਇਹ ਵੀਰੇ ਫੀਸ ਦਾ, ਜਦੋਂ ਇਹ ਅਸੀਂ ਪਹਿਲਾਂ ਫਸਟ ਇਹਦੇ ਪੈਸੇ ਭਰੇ ਆ 14 ਲੱਖ ਰੁਪਏ ਦੀ ਮੇਰੇ ਹਿਸਾਬ ਨਾਲ, ਉਦੋਂ ਬਾਅਦ ਇਹ ਕਹਿੰਦਾ ਵੀ ਹੁਣ ਤਾਂ ਨਹੀਂ, ਹੁਣ ਤੱਕ ਕੁੜੀ ਕੰਮ ਕਰਨ ਲੱਗ ਜੂ, ਵੀ ਆਪੇ ਸਾਰੇ ਬੱਚੇ ਕਵਰ ਕਰਦੇ ਆ ਨਾ, ਉੱਥੇ ਫੀਸ ਕਰਦਾ ਅਗਲਾ ਔਖਾ ਸੌਖਾ ਹੋ ਕੇ, ਵੀ ਹੁਣ ਮਾਂ ਪਿਓ ਤੋਂ ਕਿੰਨੇ ਕੁ ਮੰਗਾਂਗੇ। ਜਦੋਂ ਨੇ ਅਗਲੇ ਪੈਸੇ ਮੰਗ ਲਏ ਸਾਥੋਂ ਵੀ ਮੇਰੀ ਦੂਜੀ ਸਮੈਸਟਰ ਦੀ ਫੀਸ ਭਰੋ, ਇਹ ਕਹਿੰਦਾ ਯਾਰ ਵੀ ਐਂ ਕਰਕੇ, ਮੈਂ ਕਿਹਾ ਯਾਰ ਵੀ ਇਹ ਤਾਂ ਕੰਮ ਗਲਤ ਹੈਗਾ ਨਾ, ਵੀ ਕਵਰ ਤਾਂ ਬੰਦਾ ਕਰਦਾ ਹੀ ਆ। ਫਿਰ ਮੈਂ ਕਿਹਾ ਚੱਲ ਯਾਰ ਨਹੀਂ ਕੰਮ ਲੱਗੀ ਤੇ ਭਰ ਦੋ, ਫਿਰ ਹੋਰ 2-3 ਵਾਰ ਪੈਸੇ ਮੰਗਾ ਲਏ, ਮਤਲਬ ਕਿ ਉਹਨੇ ਉੱਥੇ ਕੰਮ ਕਰਿਆ, ਉਹ ਸਾਰੇ ਉਹਦੇ ਪੇਕਿਆਂ ਨੂੰ ਭੇਜੇ ਜਾਂ ਉਹਨੇ ਖਰਾਬ ਕਰਤੇ, ਸਾਨੂੰ ਨਹੀਂ ਪਤਾ, ਪਰ ਸਾਨੂੰ ਕੁਝ ਨਹੀਂ ਦਿੱਤਾ ਉਹਨੇ। ਪਰ ਜਿਹੜਾ ਸਟੂਡੈਂਟ ਨੂੰ 20 ਘੰਟੇ ਕੰਮ ਮਿਲਦਾ, ਉਹ ਦੱਸਦੀ ਰਹੀ ਲੜਕੀ ਕਿ ਮੈਂ ਤਾਂ ਕੀ ਕਰਦੀ ਆ, ਰੈਂਟ ਭਰਦੀ ਆ ਜਾਂ ਕੁਛ? ਨਹੀਂ, ਪਹਿਲਾਂ ਤਾਂ ਵੀਰ ਉਹ ਕਹਿੰਦੀ ਸੀ ਮੈਥੋਂ ਕੰਮ ਹੁੰਦਾ ਨਹੀਂ, ਮੇਰਾ ਸਿਰ ਦੁਖਦਾ, ਹੈਡ ਦੁਖਦਾ, ਮੈਂ ਜਾਂਦੀ ਨਹੀਂ, ਤੇ ਫਿਰ ਬਾਅਦ 'ਚ ਕੰਮ ਤੇ ਜਾਣ ਲੱਗੀ ਸੀ। ਇਹ ਲਾਡੀ ਨੂੰ ਕਹਿੰਦੀ ਰਹੀ ਹੈ, ਉਹ 'ਚ ਵੀ WhatsApp ਚੈਟਾਂ 'ਚ ਪਈ ਵੀ ਮੈਂ 11 ਘੰਟੇ ਕੰਮ ਕਰਦੀ ਹਾਂ, ਮੈਂ ਤੇਰੇ ਨਾਲ ਗੱਲਾਂ ਕਰਾਂ ਕਿ 11 ਘੰਟੇ ਕੰਮ ਕਰਾਂ। ਹੋਰ ਕਿਹੜੇ ਤੁਸੀਂ ਜਿਹੜੇ ਖਰਚੇ ਭਰੇ ਆ ਉੱਥੇ, ਜਿਵੇਂ ਤੁਸੀਂ ਟਿਕਟ ਦੇ ਭਰੇ, ਵਿਆਹ ਦੇ ਭਰੇ, ਫੀਸਾਂ ਭਰੀਆਂ, ਜਾਂ ਹੋਰ ਕਿਹੜਾ ਖਰਚਾ ਤੁਸੀਂ ਜਿਹੜਾ ਕੀਤਾ? ਖਰਚਾ ਵੀਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਕਰਿਆ, ਜਿਹੜੀ ਸਭ ਫਸਟ ਫੀਸ ਭਰੀ ਅਸੀਂ ਭਰੀ, ਟਿਕਟਾਂ ਕਰਾਈਆਂ,
ਦਿੱਲੀ 에ਅਰਪੋਰਟ ਛੱਡ ਕੇ ਆਏ ਤੇ ਜਦੋਂ 에ਅਰਪੋਰਟ ਵਿਆਹ ਵੇਲੇ ਆਇਆ ਵਾਪਸ ਉਦੋਂ ਉੱਥੇ ਆਪਦੇ ਪੇਕੀਆਂ ਆਈ ਆ ਉਹਦਾ ਵਿਆਹ ਹੋ ਗਿਆ। ਫਿਰ ਬਾਕੀ 2 ਦਿਨ ਉੱਥੇ ਰਹੀ, ਫਿਰ ਸਾਡੇ ਕੋਲ ਰਹੀ। ਉਦੋਂ ਬਾਅਦ 에ਅਰਪੋਰਟ ਫਿਰ ਅਸੀਂ ਛੱਡ ਕੇ ਆਏ। ਹੁਣ ਜਿਹੜਾ ਸਿਉਣਾ ਪਾਇਆ, 골ਡ ਪਾਇਆ, ਜਿੰਨਾ ਵੀ ਖਰਚਾ ਕਰਿਆ ਸਾਡਾ ਸਾਰਾ ਟੋਟਲ ਸਾਡਾ ਹੈ। ਬਾਈ ਜੀ ਇਸ ਤੋਂ ਬਾਅਦ ਫਿਰ ਹੋਰ ਖਰਚਿਆਂ ਦੀ ਜਿਹੜੀ ਗੱਲਬਾਤ ਕਰਦੇ ਸੀ, ਤੁਸੀਂ ਕਹਿੰਦੇ 11 ਘੰਟੇ ਉੱਥੇ ਕੁੜੀ ਕੰਮ ਕਰਦੀ ਸੀ, ਪਰ ਹੋਰ ਕਿਹੜੇ ਖਰਚੇ ਜਿਹੜੇ ਤੁਸੀਂ ਉੱਥੋਂ ਭਰਦੇ ਰਹੇ ਹੋ? ਕਿਉਂਕਿ GIC ਵਗੈਰਾ ਵੀ ਉੱਥੋਂ ਵਾਪਸ ਮੁੜਦਾ ਰਿਹਾ ਹੁਣ, GIC ਦਾ ਕੀ ਕੀਤਾ? ਨਹੀਂ, ਸਾਨੂੰ ਕੁਝ ਨਹੀਂ ਜੀ ਉਹਨੇ ਮੋੜਿਆ। ਸਾਨੂੰ ਤਾਂ 1 ਸਿੰਗਲ ਰੁਪਿਆ ਨਹੀਂ ਉੱਥੋਂ ਆਇਆ। ਅਸੀਂ ਇਕੱਲੇ ਭੇਜੀ ਗਏ ਹਾਂ। ਇੱਕ ਵਾਰ ਉਹਨੇ ਅਸੀਂ 50,000 ਭੇਜਿਆ, ਜਦੋਂ ਉਹਨੇ ਕਹਿੰਦੇ ਵੀ ਮੈਨੂੰ 50,000 ਰੁਪਇਆ ਚਾਹੀਦਾ। ਲਾਡੀ ਨੂੰ ਕਹਿੰਦੀ, ਲਾਡੀ ਕਹਿੰਦਾ ਵੀ ਹੁਣ ਸਾਡੇ ਤਾਂ ਹੱਥ ਖੜੇ ਨੇ। ਫਿਰ ਪ੍ਰਾਹੁਣੇ ਨੂੰ ਕਿਹਾ, ਜਿਹੜਾ ਵਿਚੋਲਾ ਸੀ ਸਾਡੀ ਜੀਜਾਈ ਮੰਗੇ ਵਾਲੇ, ਉਹ ਕਹਿੰਦੀ ਤੁਸੀਂ ਕੋਈ ਨਹੀਂ, ਮੈਂ ਭੇਜ ਦਾਂਗਾ। ਕਿਸ ਤਰ੍ਹਾਂ ਕਰਦੇ ਸੀ ਪੇਮੈਂਟ? ਇੱਥੇ ਪਰਿਵਾਰ ਨੂੰ ਡਾਇਰੈਕਟ ਦਿੰਦੇ ਸੀ ਜਾਂ ਫਿਰ ਵਿਦੇਸ਼? ਬਾਈ ਅਕਾਊਂਟ ਸਾਰੇ ਪੈਸੇ ਸਾਡੇ ਬੈਂਕ ਥਰੂ ਗਏ ਹੋਏ ਨੇ। HDFC ਬੈਂਕ 'ਚ ਅਕਾਊਂਟ ਦੀ, ਉਹ ਸਾਰੇ ਸਾਡੇ ਕੋਲ ਪ੍ਰੂਫ ਨੇ, ਇਕੱਲੇ ਰੁਪਈਏ ਦੇ। ਬਿਲਕੁਲ। ਤਾਂ ਉਹ ਭੈਣ ਨਾਲ ਆ ਲਾਡੀ ਦੀ, ਜਿਨ੍ਹਾਂ ਦੀ ਗੱਲਬਾਤ ਕਰਦੇ ਸੀ ਕਿ ਇੱਕ ਲੜਕੀ ਜਿਹੜਾ ਆਈਲੈਟਸ ਕਰ ਗਈ ਸੀ, ਇਹਨਾਂ ਦੀ ਫਾਈਲ ਲਾਉਣੀ ਸੀ, ਪਰ ਵਿੱਚ ਲਾਡੀ ਦੇ ਲਈ ਉਸ ਲੜਕੀ ਦਾ ਰਿਸ਼ਤਾ ਆ ਜਾਂਦਾ ਤਾਂ ਜਿਸ ਤੋਂ ਬਾਅਦ ਇਸ ਲੜਕੀ ਦਾ ਜਿਹੜਾ ਵਿਦੇਸ਼ ਜਾਣਾ ਰੁਕ ਜਾਂਦਾ। ਭੈਣੇ ਬਹੁਤ ਦੁੱਖ ਹੈ, ਅਫਸੋਸ ਹੈ, ਕਿਸੇ ਕੀਮਤ 'ਤੇ ਲਾਡੀ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ। ਪਰ ਤੁਸੀਂ ਲੜਕੀ ਹੋਣ ਦੇ ਨਾਂ 'ਤੇ ਉਹ ਲੜਕੀ ਤੁਹਾਡੇ ਨਾਲ ਗੱਲਬਾਤ ਕਰਦੀ ਰਹੀ ਹੈ? ਲਾਡੀ ਨਾਲ ਤਾਂ ਚਲੋ ਗੱਲ ਹੁੰਦੀ ਸੀ ਜਿੰਨੀ ਕੁ ਹੁੰਦੀ ਸੀ, ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਸੀ? ਕੋਈ ਗੱਲਬਾਤ ਕਰਦੀ ਸੀ ਕਿ ਲਾਡੀ ਦਾ ਕਿਸ ਤਰ੍ਹਾਂ ਉਹਨਾਂ ਦਾ ਨਾਲ ਗੱਲਬਾਤ ਕਰਨ ਦਾ ਤਰੀਕਾ ਜਾਂ ਕੀ ਗੱਲਬਾਤ? ਮੇਰੇ ਨਾਲ ਇੱਕ ਜਸਟ ਫਾਰਮੈਲਿਟੀ ਹੁੰਦੀ ਸੀ, ਕੋਈ ਖਾਸ ਗੱਲ ਨਹੀਂ ਸੀ ਹੁੰਦੀ। ਇੱਕੋ ਫਾਰਮੈਲਿਟੀ ਸਿਰਫ ਰੁਪਿਆਂ ਲਈ ਕਰਦੀ ਸੀ, ਜਿੰਨੀ ਗੱਲ ਕਰਦੀ ਸੀ ਜੀ। ਬਸ ਖਾ ਕੇ ਰੁਪਏ। ਹੁਣ ਉਹਨੇ ਆਪਦਾ ਕੰਮ ਲੈ ਲਿਆ, ਹੁਣ ਉਹਨੂੰ ਕੀ ਲੋੜ ਹੈ? ਸਾਰੀਆਂ ਫੀਸਾਂ ਇੱਥੋਂ ਭਰੀਆਂ ਨੇ, ਕੋਈ ਉਹਨੇ ਆਪਣੀ ਫੀਸ ਨਹੀਂ ਭਰੀ ਹੈਗੀ। A to Z ਫੀਸਾਂ ਇੱਥੋਂ ਗਈਆਂ ਨੇ ਜੀ। ਤੁਹਾਨੂੰ ਕੋਈ ਹੋਰ ਨਹੀਂ ਗੱਲਬਾਤ ਦੱਸੀ ਉਹਨਾਂ ਨੇ, ਜਾਂ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ? ਹਾਲਾਂਕਿ ਤੁਸੀਂ ਵੀ ਪੜ੍ਹੇ ਲਿਖੇ ਹੋ, ਤੁਸੀਂ ਵੀ ਖੁਦ ਆਈਲੈਟਸ ਕੀਤਾ ਹੋਇਆ, ਤੁਹਾਨੂੰ ਸਾਰੀ ਜਾਣਕਾਰੀ ਹੈ, ਨੌਲੇਜ ਹੈ ਇਸ ਚੀਜ਼ ਬਾਰੇ ਕਿ ਇੰਨਾ ਟਾਈਮ ਕਿਉਂ ਲੱਗ ਰਿਹਾ, ਆਪਾਂ ਫਾਈਲ ਕਿਉਂ ਨਹੀਂ ਅਪਲਾਈ ਕਰ ਰਹੇ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਬਹਾਨਾ ਸੀ ਕਿ ਲੋਕਡਾਊਨ ਹੈ। ਉਹ ਵੀ ਇਹੀ ਕਹਿੰਦੀ ਸੀ, ਪਹਿਲਾਂ ਕਹਿ ਰਹੀ ਸੀ ਵੀ ਮੈਰਿਜ ਦੇ ਬਾਅਦ 'ਚੋਂ ਲੱਗੂ, ਮੈਰਿਜ ਦੇ ਬਾਅਦ 'ਚੋਂ ਕਿਹਾ ਵੀ ਲਾਕਡਾਊਨ ਹੈ। ਐਂ ਬਹਾਨੇ ਲਾਉਂਦੀ ਰਹੀ ਹੈ। ਮੈਂ ਲਾਇਰ ਕੋਲੇ ਜਾ ਰਹੀ ਹਾਂ, ਗੱਲ ਕੀਤੀ ਹੈ, ਉਹ ਕਹਿੰਦਾ ਵੀ ਕੋਈ ਰੈਲੇਵੈਂਟ ਜੋਬ ਲੈਣੀ ਪਊ ਤੈਨੂੰ। ਇਹਨੇ ਇਹ ਬਹਾਨਾ ਕੀਤਾ ਵੀ ਤੈਨੂੰ ਪਹਿਲਾਂ ਰੈਲੇਵੈਂਟ ਜੋਬ ਲੈਣੀ ਪਊ, ਫਿਰ ਉਹਦੀ ਫਾਈਲ ਲੱਗੂਗੀ। ਕਹਿੰਦੀ ਹੁਣ ਮੈਂ ਜੋਬ ਲੱਭ ਰਹੀ ਹਾਂ, ਪਹਿਲਾਂ ਰੁਪਏ ਇਕੱਠੇ ਕਰਾਂਗੀ, ਫਿਰ ਮੈਂ ਜੋਬ ਲੱਭਾਂਗੀ। ਇਨਡਾਇਰੈਕਟਲੀ ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਇੱਥੋਂ ਹੋਰ ਰੁਪਏ ਦਿੱਤੇ ਜਾਣ, ਵੀ ਮੈਂ ਜੋਬ ਲਈ ਰੁਪਏ ਇਕੱਠੇ ਕਰ ਰਹੀ ਹਾਂ, ਫਿਰ ਮੈਨੂੰ ਲਾਇਰ ਰੈਲੇਵੈਂਟ ਜੋਬ ਲੱਭ ਕੇ ਦੇਊਗਾ। ਇਨਡਾਇਰੈਕਟਲੀ ਤਾਂ ਇਹੀ ਬਣਿਆ ਵੀ ਉਹ ਇੱਥੋਂ ਰੁਪਏ ਦੀ ਡਿਮਾਂਡ ਕਰ ਰਹੀ ਸੀ। ਜੀ। ਤੁਹਾਡੇ ਤੋਂ ਪੈਸੇ ਮੰਗੇ ਕਿ ਬਹਾਨਾ ਲਾਇਆ ਜਾ ਰਿਹਾ ਸੀ? ਉਹ ਬਹਾਨਾ ਹੀ ਸੀ ਇੱਕ ਤਰ੍ਹਾਂ, ਵੀ ਮੈਂ ਪਹਿਲਾਂ ਪੈਸੇ ਇਕੱਠੇ ਕਰਾਂਗੀ, ਫਿਰ ਰੈਲੇਵੈਂਟ ਜੋਬ ਲੱਭਾਂਗੀ, ਲਾਇਰ ਲੱਭ ਕੇ ਦੇਗਾ, ਫਿਰ ਮੈਂ ਲਾਡੀ ਦੀ ਫਾਈਲ ਲਾਵਾਂਗੀ। ਉਹਨੇ ਇਹ ਚੀਜ਼ ਕਹੀ ਹੈ, ਮੈਂ ਖੁਦ ਗੱਲ ਕੀਤੀ ਸੀ। ਤੁਹਾਡੀ ਕਿੰਨੇ ਕੁ ਦਿਨ ਬਾਅਦ ਗੱਲਬਾਤ ਹੁੰਦੀ ਸੀ, ਔਰ ਲਾਸਟ ਟਾਈਮ ਕਦੋਂ ਗੱਲਬਾਤ ਹੋਈ, ਕੀ ਗੱਲਬਾਤ ਹੋਈ? ਲਾਸਟ ਟਾਈਮ ਤਾਂ ਕਾਫੀ ਟਾਈਮ ਹੋ ਗਿਆ ਗੱਲ ਹੋਈ ਨੂੰ, ਮਤਲਬ ਐ ਨਹੀਂ ਆ ਵੀ 10 ਦਿਨਾਂ ਤੋਂ ਗੱਲ ਹੁੰਦੀ ਸੀ ਜਾਂ 15 ਦਿਨਾਂ ਤੋਂ, ਕਾਫੀ ਟਾਈਮ ਲੰਘ ਜਾਂਦਾ ਸੀ। ਉਹ ਮੇਰੇ ਕੋਲੇ ਕਾਲ ਡਿਟੇਲ, ਚੈਟ ਸਾਰਾ ਕੁਝ ਪਿਆ। ਭੈਣੇ ਇਸ ਪਰਿਵਾਰ ਚੋਂ ਤੁਹਾਡੇ ਤੋਂ ਲਾਡੀ ਚਲਾ ਗਿਆ, ਉਹਨੂੰ ਵਾਪਸ ਤਾਂ ਨਹੀਂ ਮੋੜ ਸਕਦੇ, ਪਰ ਜੇ ਗੱਲ ਕਰੀਏ ਬਹੁਤ ਸਾਰੇ ਕੇਸ ਇਦਾਂ ਦੇ ਆਉਂਦੇ ਨੇ, ਧੀਆਂ ਦੀ, ਬੱਚੀਆਂ ਦੀ, ਕੁੜੀਆਂ ਦੀ ਇੱਜ਼ਤ ਹੋਣ ਲੱਗ ਗਈ ਸੀ। ਕਿੱਥੇ ਭਰੂਣ ਹੱਤਿਆ ਹੁੰਦੀ ਸੀ, ਕੁੜੀਆਂ ਦੀ ਮਾਰ ਦਿੱਤਾ ਜਾਂਦਾ ਸੀ, ਦਾਜ ਦਹੇਜ ਦੇ ਖਾਤਰ ਮਾਰ ਦਿੱਤਾ ਜਾਂਦਾ ਸੀ। ਇੱਕ ਆਈਲੈਟਸ ਜ਼ਰੀਆ ਬਹੁਤ ਸੋਹਣਾ ਬਣਿਆ ਸੀ ਕਿ ਕੁੜੀਆਂ ਦੀ ਇੱਜ਼ਤ ਹੋਣ ਲੱਗ ਗਈ ਸੀ। ਕੀ ਮੰਨਦੇ ਹੋ ਭੈਣੇ, ਕਿਉਂ ਹੋ ਰਿਹਾ ਸਭ ਕੁਝ? ਕਿਉਂ ਘਰਾਂ ਦੇ ਘਰ ਬਰਬਾਦ ਹੋ ਰਹੇ ਆ? ਹੁਣ ਇਹ 'ਚ ਤਾਂ ਕੁੜੀਆਂ ਦੀ ਗਲਤੀ ਆ, ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਵੀ ਲੜਕੇ ਵਾਲਾ ਪੈਸੇ ਲਾ ਰਿਹਾ, ਵੀ ਮੈਂ ਉਹਨਾਂ ਦੀ ਕਦਰ ਕਰਾਂ। ਉਹ ਜਾ ਕੇ ਕੁਝ ਕਰਦੀਆਂ ਨੇ, ਖੁੱਲ੍ਹ ਮਿਲ ਗਈ ਕੁੜੀਆਂ ਨੂੰ। ਮੇਰੇ ਤਾਂ ਇਹੀ ਕਹਿਣਾ ਗਾ, ਕਿਸੇ ਨੂੰ ਭੇਜੋ ਨਾ, ਐਵੇਂ ਤਾਂ ਖਰਚਾ ਕਰਕੇ ਜਮੀ ਨਾ ਭੇਜੋ। ਜੀ ਬਿਲਕੁਲ। ਬਹੁਤ ਆਪਦਾ ਖੋਣਾ, ਭਾਈ ਖੋਣਾ ਬਹੁਤ ਦੁੱਖ ਦੀ। ਤਾਂ ਭੈਣੇ ਬਿਲਕੁਲ, ਤਾਂ ਇਹ ਘਟਨਾ ਤੋਂ ਬਾਅਦ ਭੈਣੇ ਫੋਨ ਕੀਤਾ ਤੁਹਾਨੂੰ ਉਸ ਲੜਕੀ ਨੇ? ਹਾਂ, ਫੋਨ ਕੀਤਾ ਹੋਇਆ, ਬਟ ਪਹਿਲਾਂ ਮੈਂ ਮੈਸੇਜ ਕੀਤੇ ਹੋਏ ਨੇ ਜੀ ਵੀ ਉਹਨੂੰ ਤੂੰ ਗੱਲ ਕਿਉਂ ਨਹੀਂ ਕੀਤੀ। ਮੈਨੂੰ ਮੇਰੇ ਭੂਆ ਦੇ ਮੁੰਡੇ ਤੋਂ ਪਤਾ ਚੱਲਿਆ ਸੀ ਵੀ ਉਹ ਲਾਡੀ ਫੋਨ ਲਾ ਰਿਹਾ ਸੀ, ਉਹਨੇ ਉਹਨੂੰ ਫੋਨ ਦਾ ਜਵਾਬ ਨਹੀਂ ਦਿੱਤਾ, ਤੇ ਫਿਰ ਮੈंने ਗੁੱਸੇ 'ਚ ਆ ਕੇ ਉਹਨੂੰ ਫੋਨ ਲਾਏ ਹੋਏ ਨੇ, ਉਹਨੇ ਕੋਈ ਫੋਨ ਨਹੀਂ ਚੱਕਿਆ। ਫਿਰ ਉਹਨੇ ਬੈਕ ਕਾਲ ਕੀਤੀ ਹੋਈ ਆ, ਤੇ ਉਹ ਬਸ ਉਹੀ ਡਰਾਮਾ ਰੋਣ ਦਾ ਕਰ ਰਹੀ ਸੀ, ਪਰ ਉਹ 'ਚ ਕੋਈ ਐਵੇਂ ਲੱਗ ਨਹੀਂ ਸੀ ਰਿਹਾ ਵੀ ਉਹਨੂੰ ਕੋਈ ਦੁੱਖ ਹੈ। ਉਹ ਵੀ ਮੇਰੇ ਕੋਲੇ ਰਿਕਾਰਡਿੰਗ ਪਈ ਹੈ। ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਲਾਡੀ ਤੁਹਾਨੂੰ ਕਈ ਵਾਰ ਪਹਿਲਾਂ ਕਹਿ ਚੁੱਕਾ ਸੀ ਕਿ ਜੇ ਇਹ ਨਾ ਕੰਮ ਸਿਰੇ ਲੱਗਿਆ ਮੈਂ ਸੁਸਾਈਡ ਕਰ ਦੂੰ, ਤੁਸੀਂ ਅਸਲ ਨਿਰਣੇ ਤੇ ਕਿਉਂ ਨਾ ਆਏ, ਤੁਸੀਂ ਹੱਲ ਵੱਲ ਕਿਉਂ ਨਾ ਗਏ, ਤੁਸੀਂ ਸਾਨੂੰ ਕਿਉਂ ਨਾ ਦੱਸਿਆ? ਹਾਲਾਂਕਿ ਤੁਹਾਨੂੰ ਲਾਡੀ ਨਹੀਂ ਦੱਸ ਰਿਹਾ ਸੀ। ਮੈਂ ਸਿਰਫ ਉਹਨੇ ਇਹ ਗੱਲ ਕੀਤੀ ਸੀ ਵੀ ਥੋੜੀ ਚੈਟ 'ਚ ਲੜਾਈ ਹੋਈ ਆ, ਅਸੀਂ ਨੇ ਚੈਟ ਪੜ੍ਹੀ ਆ,
ਉਹਨੇ ਮੈਨੂੰ ਇਹ ਕਿਹਾ, ਕਹਿੰਦੀ ਮੈਂ ਚੈਟ 'ਚ ਤਾਂ ਸਾਡੀ ਲੜਾਈ ਹੁੰਦੀ ਸੀ ਬਟ ਕਾਲ ਤੇ ਸਾਡੀ ਲੜਾਈ ਨਹੀਂ ਸੀ ਹੁੰਦੀ। ਕਾਲ ਹੁੰਦੀ ਨਹੀਂ ਸੀ, ਲੜਾਈ ਕਿੱਥੋਂ ਹੋਊਗੀ। ਜੀ ਬਿਲਕੁਲ ਕੁਝ ਕਹਿ ਰਹੇ ਸੀ। ਜਿਹੜੀ ਉਹ ਲਾਸਟ ਦੀ ਰਿਕਾਰਡਿੰਗ ਹੈ ਰਾਜੂ ਦੀ, ਉਹਦੇ ਵਿੱਚ ਇਹ ਕਹਿ ਰਹੀ ਹੈ ਉਹਨੂੰ ਕਲੀਅਰ, ਮੈਂ ਰਾਤ ਸੁਣੀ ਹੈਗੀ, ਤੇ ਕਹਿੰਦੀ ਵੀ ਜੇ ਤੇਰੀ ਸੀ ਇਹਦੇ ਨਾਲ ਬਣਦੀ ਨਹੀਂ ਸੀ ਜਾਂ ਤੈਨੂੰ ਇਹ ਪਸੰਦ ਨਹੀਂ ਸੀ, ਜਿੱਦਾਂ ਵੀ ਤੂੰ ਸਾਨੂੰ ਦੱਸ ਦਿੰਦੀ ਆਪਾਂ ਬਹਿ ਕੇ ਉਹਦਾ ਸੋਲੂਸ਼ਨ ਕੱਢ ਲੈਂਦੇ। ਉਹਨੇ ਇੱਕ ਵਾਰ ਵੀ ਕੋਈ ਸ਼ਬਦ ਨਹੀਂ ਵਰਤਿਆ, ਕੱਲਾ ਹੂੰ ਹਾਂ ਕਰ। ਮੈਂ ਤੁਹਾਨੂੰ ਇਹ ਤੋਂ ਬਾਅਦ ਸੁਣਾ ਦੂੰਗਾ, ਜੇ ਲਿਆਣੀਆਂ ਲੈ ਜਾਓ, ਤੂੰ ਸਾਨੂੰ ਉਹ ਤੋਂ ਕਲੀਅਰ ਹੋ ਜਾਊ। ਜਦੋਂ ਇਹ ਕਹਿੰਦੀ ਵੀ ਤੈਨੂੰ ਕੋਈ ਮੁੰਡਾ ਹੋਰ ਪਸੰਦ ਸੀ, ਤੈਨੂੰ ਦੱਸ ਦਿੰਦੀ। ਤੂੰ ਨਹੀਂ ਲਿਆਣਾ ਸੀ ਲਾਡੀ, ਸਾਨੂੰ ਦੱਸ ਦਿੰਦੀ, ਆਪਾਂ ਬਹਿ ਕੇ ਨਿਮੇੜ ਲੈਂਦੇ। ਤੂੰ ਇੰਡੀਆ ਆ ਜਾ, ਆਪਾਂ ਬਹਿ ਕੇ ਨਿਮੇੜ ਲੈਂਦੇ। ਉਹ 'ਚ ਕੁਛ ਨਹੀਂ ਬੋਲੀ ਹੋਈ ਉਹਨੇ ਇੱਕ ਵੀ ਸ਼ਬਦ ਨਹੀਂ ਯੂਜ਼ ਕੀਤਾ ਹੋਇਆ। ਅਮਾ ਜੀ ਤੁਸੀਂ ਵੀ ਕੁਝ ਕਹਿ ਰਹੇ ਸੀ, ਕੀ ਗੱਲਬਾਤ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ। ਮੈਂ ਤਾਂ ਹੀ ਕਹਿਣੀ ਆ ਜੀ, ਸਾਡਾ ਕੱਲਾ ਭਤੀਜਾ ਸੀ ਜੀ ਮੇਰਾ, ਉਹੀ ਦੁਨੀਆ ਤੋਂ ਚਲਿਆ ਗਿਆ। ਅਸੀਂ ਹੁਣ ਕਾਹਦੇ ਜੋਗੇ ਆ ਜੀ। ਬਿਲਕੁਲ ਇੱਕ ਹਿਸਾਬ ਦਾ ਘਰ ਬਰਬਾਦ ਕਰਤਾ, ਪੈਸੇ ਬਣਿਓ ਕਰਤਾ ਜੀ, ਨਾ ਜਮਾਕ ਗਮਾ ਲਿਆ ਜੀ। ਅਸੀਂ 25 ਲੱਖ ਰੁਪਈਆ ਲਾਤਾ ਮੇਰੇ ਭਰਾ ਨੇ ਖੇਤੀ ਦੀ ਕਮਾਈ ਨਾਲ ਜੀ। ਕੋਈ ਊਂ ਨਹੀਂ, ਕੋਈ ਵੀ ਡਿਊਟੀ ਕਰਦਾ, ਕੁਛ ਪੜ੍ਹਿਆ ਲਿਖਿਆ ਜਾਂ ਖੇਤੀ ਦੀ ਕਮਾਈ ਸਾਰੀ ਉਹਦੇ ਲਿਖੇ ਲਾਤੀ ਜੀ। ਨਾ ਜਵਾਕ ਘਰੋਂ ਗਮਾ ਲਿਆ ਜੀ ਅਸੀਂ। ਬਹੁਤ ਔਖਾ ਹੋ ਜਾਂਦਾ ਬਾਈ ਜੀ। ਹੁਣ ਕੀ ਗੱਲ ਹੋਈ ਹੈ, ਕਿੱਥੇ ਕੁ ਗੱਲ ਖੜੀ ਹੈ, ਕੋਈ ਕਾਰਵਾਈ ਦੀ ਗੱਲ ਹੋ ਰਹੀ ਹੈ, ਪੈਸੇ ਵਾਪਸ ਕਰਵਾਉਣ ਦੀ ਗੱਲ ਹੋਈ ਹੈ, ਉਹਨੂੰ ਡਿਪੋਰਟ ਕਰਾਉਣ ਦੀ ਗੱਲਬਾਤ ਹੋ ਰਹੀ ਹੈ, ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਦੇਖੋ, ਜਿਸ ਦਿਨ ਲਾਡੀ ਦੀ ਡੈਥ ਹੋਈ ਹੈ ਨਾ, ਸਾਨੂੰ ਪਤਾ ਨਹੀਂ ਸੀ ਇਹਦਾ ਕਾਰਨ ਕੀ ਹੈ। ਉਸ ਦਿਨ ਅਸੀਂ 176 ਦੀ ਕਾਰਵਾਈ ਪਾਈ ਸੀ ਵੀ ਸਾਨੂੰ ਕੁਝ ਪਤਾ ਲੱਗੂ, ਅਸੀਂ ਅੱਗੇ ਕਰਾਂਗੇ। ਹੁਣ ਸਾਡੀ ਐਸਐਸਪੀ ਸਾਹਿਬ ਦੇ ਫਾਈਲ ਲੱਗੀ ਹੋਈ ਹੈ, ਉੱਥੋਂ ਰਿਕਮੈਂਡ ਹੋ ਗਈ, ਉਹਨਾਂ ਨੇ ਸਾਈਨ ਕਰਤੇ। ਅੱਜ ਅਸੀਂ ਪੁਲਿਸ ਕੰਪਲੇਂਟ ਕਰਕੇ ਕੈਨੇਡਾ ਐਮਬੈਸੀ ਨੂੰ, ਜਾਂ ਜਿੱਦਾਂ ਵੀ ਉਹ ਮੇਰੀ ਸਿਸਟਰ ਨੂੰ ਪਤਾ ਸਾਰਾ, ਉਹਨਾਂ ਨੂੰ ਅਸੀਂ ਇਹਦੀ ਫੋਟੋ ਕਾਪੀਆਂ ਭੇਜ ਦੇਣੀਆਂ ਹੈਗੀਆਂ। ਉੱਦਾਂ ਚੈਟ ਦੀਆਂ ਫੋਟੋ ਕਾਪੀਆਂ ਸਾਰਾ ਕੁਝ ਅਸੀਂ ਭੇਜ ਚੁੱਕੇ ਹਾਂਗੇ। ਹਾਂ, ਅਸੀਂ ਡਿਵੋਰਟ ਹੀ ਉਹਨੂੰ ਕਰਾਉਣਾ, ਪੈਸਾ ਪੂਸਾ ਤਾਂ ਸਾਨੂੰ, ਅਸੀਂ ਪੈਸਾ ਕਰਾਉਣਾ ਕੀ ਹੈ ਜਦੋਂ ਸਾਡਾ ਮੁੰਡਾ ਹੀ ਨਹੀਂ ਰਿਹਾ। ਉਸੇ ਦੀ ਜ਼ਮੀਨ ਤੇ ਉਹੀ ਨਹੀਂ ਹੈਗਾ, ਜ਼ਮੀਨ ਤੋਂ ਕਰਾਉਣਾ ਕੀ ਅਸੀਂ? ਪੈਸੇ ਨਾਲ ਸਾਡਾ ਕੋਈ ਮਤਲਬ ਨਹੀਂ, ਅਸੀਂ ਉਹਨੂੰ ਡਿਪੋਰਟ ਕਰਾਵਾਂਗੇ। ਬਹੁਤ ਬਹੁਤ ਮਿਹਰਬਾਨੀ। ਤਾਂ ਇਹ ਪਰਿਵਾਰ ਹੈ, ਦੁੱਖ ਦੱਸ ਰਿਹਾ ਕਿ ਕਿਸ ਤਰ੍ਹਾਂ ਵੱਡੇ ਸੁਪਨੇ ਬੁਣੇ ਸੀ ਕਿ ਲਾਡੀ ਵਾਸਤੇ ਕੋਈ ਇਸ ਤਰ੍ਹਾਂ ਕੁੜੀ ਲੱਭੀ ਜਾਵੇ ਤੇ ਉਸ 'ਤੇ ਪੈਸੇ ਲਾਏ ਜਾਣ, ਉਸ ਨੂੰ ਵਿਦੇਸ਼ ਭੇਜਿਆ ਜਾਵੇ, ਲਾਡੀ ਵੀ ਸੈੱਟ ਹੋ ਜਾਏਗਾ ਔਰ ਪਰਿਵਾਰ ਵੀ ਸੈਟਲ ਹੋ ਜਾਏਗਾ। ਵੱਡੇ ਸੁਪਨੇ ਸੀ, ਪਰ ਇਹ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਜਿਹੜਾ ਲਾਡੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਊਗਾ, ਇਹ ਘਰ ਸੁੰਨਾ ਹੋ ਜਾਵੇਗਾ, ਇਹ ਕੁਛ ਹੋਵੇਗਾ, ਜਾਂ ਲੜਕੀ ਉੱਥੇ ਜਾ ਕੇ ਬਦਲ ਜਾਵੇਗੀ, ਜਾਂ ਇਹੋ ਜਿਹੇ ਹਾਲਾਤ ਬਣਨਗੇ। ਬਹੁਤ ਮੰਦਭਾਗੀ ਗੱਲ ਹੈ, ਬਹੁਤ ਮੰਦਭਾਗੀ ਘਟਨਾ। ਅਜਿਹੀ ਗੱਲਬਾਤ ਕਿਸੇ ਵੀ ਪਰਿਵਾਰ 'ਚ ਨਹੀਂ ਹੋਣੀ ਚਾਹੀਦੀ। ਕੋਈ ਵੀ ਆਣਾਈ ਮੌਤ ਨਹੀਂ ਮਰਨਾ ਚਾਹੀਦਾ। ਜੋ ਪਰਿਵਾਰਾਂ ਦੇ ਸੁਪਨੇ ਬੁਣੇ ਹੁੰਦੇ ਆ, ਉਹ ਪੂਰੇ ਜ਼ਰੂਰ ਹੋਣੇ ਚਾਹੀਦੇ ਆ। ਅਸੀਂ ਉਸ ਲੜਕੀ ਨੂੰ ਵੀ ਔਰ ਉਸ ਲੜਕੀ ਪਰਿਵਾਰ ਨੂੰ ਅਪੀਲ ਕਰਾਂਗੇ ਕਿ ਜੇਕਰ ਉਹ ਆਪਣਾ ਕੋਈ ਵੀ ਪੱਖ ਦੇਣਾ ਚਾਹੁੰਦੇ ਹੋਣ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰਨ।